ਧੰਨ ਸਤਿਪੁਰਖ ਸਤਿਗੁਰੂ ਹਮਾਰਾ। ਜਿਤ ਮਿਲਿਐ ਹਮ ਕਉ ਸ਼ਾਂਤ ਆਈ। ਧੰਨ ਧੰਨ ਸਤਿਪੁਰਖ ਸਤਿਗੁਰੂ ਹਮਾਰਾ। ਜਿਤ ਮਿਲਿਐ ਹਮ ਹਰ ਭਗਤ ਪਾਈ। ਧੰਨ ਧੰਨ ਸਤਿਪੁਰਖ ਸਤਿਗੁਰੂ ਹਮਾਰਾ। ਜਿਤ ਮਿਲਿਐ ਹਮ ਕਉ ਸ਼ਾਂਤ ਆਈ। ਧੰਨ ਧੰਨ ਸਤਿਪੁਰਖ ਸਤਿਗੁਰੂ ਹਮਾਰਾ। ਜਿਤ ਮਿਲਿਐ ਹਮ ਹਰ ਭਗਤ ਪਾਈ। ਧੰਨ ਧੰਨ ਹਰ ਭਗਤ ਸਤਿਗੁਰੂ ਹਮਾਰਾ। ਜਿਸ ਕੀ ਸੇਵਾ ਤੇ ਹਮ ਹਰ ਨਾਮ ਲਿਵ ਲਾਈ। ਧੰਨ ਧੰਨ ਹਰ ਗਿਆਨੀ ਸਤਿਗੁਰੂ ਹਮਾਰਾ। ਜਿਨ ਵੈਰੀ ਮਿੱਤਰ ਹਮ ਕਉ ਸਭ ਸਮ ਦ੍ਰਿਸ਼ਟ ਦਿਖਾਈ। ਧੰਨ ਧੰਨ ਸਤਿਗੁਰੂ ਮਿੱਤਰ ਹਮਾਰਾ। ਜਿਨ ਹਰ ਨਾਮ ਸਿਉ ਹਮਾਰੀ ਪ੍ਰੀਤ ਬਣਾਈ। ਧੰਨ ਧੰਨ ਸਤਿਗੁਰੂ ਮਿੱਤਰ ਹਮਾਰਾ। ਜਿਨ ਹਰ ਨਾਮ ਸਿਉ ਹਮਾਰੀ ਪ੍ਰੀਤ ਬਣਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਗੁਰੂ ਪਾਤਸ਼ਾਹ ਸਾਹਿਬ ਜੀ ਦੇ ਆਪਣੇ ਹੀ ਨਿਜ ਪਾਵਨ ਸਰੂਪ ਸ਼ਬਦ ਨਾਲ ਚਿੱਤ ਲਾ ਕੇ ਜਦ ਆਪ ਸਾਵਧਾਨ ਤੇ ਇਕਾਗਰ ਚਿੱਤ ਹੋਏ ਜੁੜ ਮਿਲ ਬੈਠੇ ਹੋ, ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਮਹਿਰਮਤਾਂ ਤੇ ਵਡਿਆਈਆਂ ਜੋ ਸਤ ਸੰਗਤ ਵਿੱਚ ਸਦਾ ਵਰਤਦੀਆਂ ਨੇ, ਆਪ ਉਹਨਾਂ ਦੇ ਸਾਂਝੀ ਤੇ ਧਾਰਨੀ ਹੋਇਓ। ਕਿਰਪਾਲਤਾ ਕਰਨਾ, ਆਪਣੇ ਨਿਰਮਲ ਹਿਰਦੇ ਚੋਂ ਅਰਦਾਸ ਕਰਨਾ ਜੋ ਗੁਰੂ ਪਾਤਸ਼ਾਹ ਸਾਹਿਬ ਜੀ ਰਹਿਮਤ ਕਰਨ। ਪਾਵਨ ਸ਼ਬਦ ਦੀ ਵਿਚਾਰ, ਬੋਲਣ ਦਾ ਤਾਣ ਅਤੇ ਵਿਚਾਰ ਦਾ ਪ੍ਰਵਾਹ ਬਖਸ਼। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ। ਸੰਪੂਰਨ ਰਹਿਣ ਆਪਣੇ ਪਿਆਰ ਤੇ ਭਾਣੇ ਵਿੱਚ ਬਤੀਤ ਕਰਾਈ ਹੈ। ਅੰਮ੍ਰਿਤ ਵੇਲੇ ਦੀ ਜਾਗ ਬਖਸ਼ਿਸ਼ ਕੀਤੀ ਅਤੇ ਇਸ ਵਕਤ ਆਪਣੇ ਹੀ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਨ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ। ਹਰ ਰੋਜ਼ ਦੀ ਤਰ੍ਹਾਂ ਸਾਡੇ ਵਾਸਤੇ ਅੱਜ ਵੀ ਮਹਾਰਾਜ ਜੀ ਕੀ ਰਹਿਮਤਾਂ ਦਾ ਅੰਮ੍ਰਿਤਮਈ ਬਖਸ਼ਿਸ਼ ਨਾਲ ਭਰਿਆ ਹੋਇਆ ਦਰ ਖੁੱਲ੍ਹਦਾ। ਇਸ ਦਰ ਤੋਂ ਅੰਮ੍ਰਿਤਮਈ ਸ਼ਬਦ ਪ੍ਰਾਪਤ ਹੁੰਦਾ ਹੈ। ਅੱਜ ਵੀ ਮਹਾਰਾਜ ਨੇ ਸਾਨੂੰ ਜੋ ਸ਼ਬਦ ਬਖਸ਼ਿਸ਼ ਕੀਤਾ ਹੈ, ਗੁਰ ਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ। ਹਰਸ ਚੋਗ ਚੁਗਹਿ ਪ੍ਰਭ ਭਾਵੈ, ਸਰਵਰ ਮਹਿ ਹੰਸ ਪ੍ਰਾਨਪਤ ਪਾਵੈ। ਗੁਰੂ ਦੀ ਜੋ ਵਡਿਆਈ ਹੈ
ਅੱਜ ਮਹਾਰਾਜ ਨੇ ਆਪ ਹੀ ਬਖਸ਼ਿਸ਼ ਕੀਤੀ, ਸਾਗਰ ਦੀ ਨਿਆਈ ਹੈ। ਗੁਰੂ ਸਾਹਿਬ ਜੀ ਨੂੰ ਆਪ ਹੀ ਸਾਗਰ ਦੀ ਤਸ਼ਬੀਹ ਦੇ ਕੇ ਸਮਝਾਇਆ। ਗੁਰੂ ਕਰਤੇ ਦਾ ਜੋ ਸਰੂਪ ਹੈ ਸਾਗਰ ਦਾ ਸਰੂਪ ਹੈ, ਜਿਸ ਦੀ ਗਹਿਰਾਈ ਵੀ ਬੇਅੰਤ ਹੈ ਔਰ ਜਿਸ ਵਿੱਚ ਮਾਣਕ ਮੋਤੀ ਵੀ ਬੇਅੰਤ ਨੇ। ਬੇਅੰਤ ਪਦਾਰਥ ਸਾਗਰ ਦੇ ਵਿੱਚ ਭਰੇ ਪਏ ਨੇ। ਹੁਣ ਤੱਕ ਦੇ ਜਿਤਨੇ ਵੀ ਸਿਆਣੇ ਲੋਕ ਨੇ ਮੰਨਦੇ ਨੇ ਕਿ ਕਰਤਾ ਪੁਰਖ ਦੀ ਰਚਨਾ ਵਿੱਚੋਂ ਸਾਗਰ ਦੇ ਵਿੱਚ ਸਭ ਕੁਝ ਤੇ ਭਰਿਆ ਪਿਆ, ਬਸ ਮਰਜੀਵੇ ਤੋਂ ਕੁਝ ਪ੍ਰਾਪਤ ਕਰ ਲੈਂਦੇ ਨੇ। ਅੱਜ ਵੀ ਦੁਨੀਆ ਦੇ ਬਹੁਤ ਖੋਜੀ ਲੋਕ ਨੇ ਜੋ ਗਹਿਰਾਈਆਂ ਤਲਛਟੀਆਂ ਲੱਭ ਰਹੇ ਨੇ। ਨਿਤ ਨਵੇਂ ਦਿਨ ਸਾਗਰ ਚੋਂ ਕੁਝ ਨਾ ਕੁਝ ਨਵੀਂ ਖੋਜ ਲੱਭ ਰਹੀ ਹੈ। ਵਿਗਿਆਨ ਉਸ ਨੂੰ ਆਪਣੇ ਤਰੀਕੇ ਦੇ ਨਾਲ ਸਾਂਭਣ ਦੀ ਕੋਸ਼ਿਸ਼ ਕਰਦਾ ਹੈ, ਪਰ ਫਿਰ ਵੀ ਹਰ ਰੋਜ਼ ਨਵੇਂ ਤੋਂ ਨਵੀਆਂ ਪਰਤਾਂ ਖੁੱਲ੍ਹਦੀਆਂ ਨੇ, ਨਵੀਆਂ ਤੋਂ ਨਵੀਆਂ ਥੱਲੇ ਜ਼ਿੰਦਗੀਆਂ ਲੱਭਦੀਆਂ ਨੇ, ਨਵੇਂ ਤੋਂ ਨਵੇਂ ਪ੍ਰਕਾਰ ਦੇ ਜੀਅ ਲੱਭਦੇ ਨੇ ਔਰ ਉਹਨਾਂ ਜੀਆਂ ਦੇ ਨਵੇਂ ਤੋਂ ਨਵੇਂ ਪ੍ਰਕਾਰ ਦੇ ਰੰਗ ਢੰਗ ਲੱਭ ਰਹੇ ਨੇ। ਇੱਕ ਵੱਖਰੀ ਹੀ ਦੁਨੀਆ ਸਾਗਰ ਦੇ ਨਿਚਲੇ ਗਹਿਰੇ ਅੰਧੇਰੇ ਵਿੱਚ ਮਿਲਦੀ ਹੈ। ਕਦੇ ਕਦੇ ਤੇ ਉਹਨਾਂ ਦੀ ਤਸਵੀਰਾਂ ਦੇਖੀਆਂ ਤੇ ਇੰਝ ਲੱਗਦਾ ਕਿ ਜਿਵੇਂ ਰਾਤ ਨੂੰ ਆਸਮਾਨ 'ਤੇ ਤਾਰੇ ਡਲਕਦੇ ਨੇ, ਇਵੇਂ ਸਾਗਰ ਦੇ ਹੇਠਾਂ ਵੀ ਇਸੇ ਤਰ੍ਹਾਂ ਤਾਰੇ ਡਲਕਦੇ ਨੇ। ਮੱਛੀਆਂ ਦੇ ਵਿੱਚ ਕੁਦਰਤ ਨੇ ਪ੍ਰਕਾਸ਼ ਦੀਆਂ ਕਿਰਨਾਂ ਦਿੱਤੀਆਂ ਨੇ, ਉਹ ਤਾਰਿਆਂ ਵਾਂਗ ਡਲਕਦੀਆਂ ਨੇ। ਬਹੁਤ ਵੱਡੀ ਰਚਨਾ ਹੈ। ਤੇ ਸੱਚ ਜਾਣਨਾ ਜੋ ਗੁਰੂ ਮੰਡਲ ਹੈ ਨਾ, ਉਹ ਇਸ ਤੋਂ ਵੀ ਗਹਿਰਾ ਬਾਰੀਕ ਹੈ। ਜਿਵੇਂ ਸਾਗਰ ਦੀਆਂ ਗਹਿਰਾਈਆਂ ਤੇ ਆਕਾਸ਼ ਦੀਆਂ ਉਚਾਈਆਂ ਸਾਨੂੰ ਅਚੰਭਿਤ ਕਰਦੀਆਂ ਨੇ, ਇਸੇ ਤਰ੍ਹਾਂ ਜੋ ਗੁਰੂ ਮੰਡਲ ਹੈ ਨਾ, ਉਹਦੀਆਂ ਗਹਿਰਾਈਆਂ ਉਚਾਈਆਂ ਤੇ ਹੋਰ ਵੀ ਜ਼ਿਆਦਾ ਅਚੰਭਿਤ ਨੇ। ਕਿਉਂਕਿ ਫਿਰ ਵੀ ਸਾਗਰ ਦੀ ਗਹਿਰਾਈ ਵਿੱਚ ਕਿਤੇ ਜਾ ਕੇ ਕਹਿ ਦਿੱਤਾ ਜਾਏਗਾ, ਦੇਖੋ ਜੀ ਇੱਥੇ ਤੇ ਇੰਨਾ ਗਹਿਰਾ ਹੈ। ਆਕਾਸ਼ ਵਿੱਚ ਜਾ ਕੇ ਦੱਸਿਆ ਜਾਏਗਾ ਜੀ ਆਹ ਤਾਰਾ ਸਿਤਾਰਾ ਇੰਨਾ ਉੱਚਾ ਹੈ, ਸਾਡੇ ਤੋਂ ਇੰਨੀ ਦੂਰ ਹੈ। ਪਰ ਗੁਰੂ ਮਹਾਰਾਜ ਦੀਆਂ ਗੱਲਾਂ ਨੂੰ ਤੇ ਨਾ ਨੇੜੇ ਤੇ ਨਾ ਦੂਰ, ਇਹਨਾਂ ਸ਼ਬਦਾਂ ਦੇ ਨਾਲ ਵਰਣਿਤ ਹੀ ਨਹੀਂ ਕੀਤਾ ਜਾ ਸਕਦਾ ਵੀ ਗੁਰੂ ਨੇੜੇ ਹੈ ਕਿ ਦੂਰ ਹੈ, ਗੁਰੂ ਕੀ ਕਲਾ ਨੇੜੇ ਹੈ ਕਿ ਦੂਰ ਹੈ। ਉਹ ਤਾਂ ਹੈ, ਸਭ ਕੁਛ ਹੈ। ਮੰਨ ਲੈ ਤੇ ਸਭ ਕੁਛ ਹੈ, ਨਹੀਂ ਤੇ ਭਾਈ ਕੁਛ ਵੀ ਨਹੀਂ। ਔਰ ਸਾਨੂੰ ਇਹੀ ਗੱਲ ਸਮਝ ਆ ਜਾਏ ਗੁਰੂ ਦੇ ਬਾਬਤ, ਮੇਰਾ ਤੇ ਮੇਰੇ ਗੁਰੂ ਦੇ ਸੰਬੰਧ ਸਮਝ ਆ ਜਾਣ। ਜਦੋਂ ਮੈਂ ਆਪਣੇ ਗੁਰੂ ਦੇ ਸੰਬੰਧਾਂ ਦੀ ਸਮਝ ਆ ਜਾਏਗੀ ਥੋੜ੍ਹੀ ਥੋੜ੍ਹੀ, ਅਸੀਂ ਇਹ ਨਹੀਂ ਕਹਿੰਦੇ ਕਿ ਸਾਨੂੰ ਸਮਗਰ ਆ ਜਾਏਗੀ। ਗੁਰੂ ਦੇ ਸੰਬੰਧਾਂ ਦੀ ਸਮਝ ਸਾਰੀ ਨਹੀਂ ਆ ਸਕਦੀ। ਜਿਤਨੇ ਕੁ ਸਾਡੀ ਵਿਸਾਤ ਹੈ, ਜਿਤਨੇ ਕੁ ਸਾਡੀ ਪਾਤਰਤਾ ਕਹਿ ਲਈ ਜਾਏ, ਜਾਂ ਜੋ ਅੰਸ਼ਾਤਮਕ ਸਾਨੂੰ ਸੋਝੀ ਸੋਹਿਦ ਬਖਸ਼ੀ ਜਾਂਦੀ, ਉਹਨਾਂ ਕੁ ਸਮਝ ਸਕਦੇ ਹਾਂ। ਉਹਦੇ ਵਿੱਚ ਅੱਜ ਦੱਸਿਆ ਕਿ ਗੁਰੂ ਸਾਗਰ ਦੀ ਨਿਆਈ ਜੇ ਬਹੁਤ ਵੱਡੇ ਜੇ, ਅਤੇ ਉਹਦੇ ਵੱਡਪਣ ਨੂੰ ਹੀ ਮੁੱਖ ਰੱਖ ਕੇ ਅਗਲੀਆਂ ਸਾਰੀਆਂ ਵਿਚਾਰਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨਾ। ਅਤੇ ਅੱਜ ਪੌੜੀ 'ਚ ਕਹਿਣ ਲੱਗੇ, ਧੰਨ ਧੰਨ ਸਤਿਪੁਰਖ ਸਤਿਗੁਰੂ ਹਮਾਰਾ। ਇੱਥੇ ਦੋ ਗੱਲਾਂ ਸਾਨੂੰ ਇੱਕ ਹੋਰ ਸਮਝਣ ਦੀ ਜ਼ਰੂਰਤ ਹੈ। ਸਤਿਗੁਰੂ ਦਾ ਜੋ ਸਰੂਪ ਹੈ ਨਾ, ਜੋ ਸਤਿਗੁਰੂ ਦਾ ਤਾਣਾ ਬਾਣਾ ਹੈ, ਉਹਦਾ ਇੱਕ ਹਿੱਸਾ ਸਾਡੇ ਨਾਲ ਜੁੜਿਆ ਹੋਇਆ ਹੈ ਅਤੇ ਦੂਸਰਾ ਅਨੰਤ ਬੇਅੰਤ ਹੈ। ਜਿਵੇਂ ਕਿਸੇ ਵੱਡੀ ਨਦੀ ਦਾ ਇੱਕ ਹਿੱਸਾ ਪਤਲੀ ਜਿਹੀ ਧਾਰਾ ਕਿਸੇ ਪਹਾੜੀ ਦੇ ਨਾਲ, ਕਿਸੇ ਚਸ਼ਮੇ ਦੇ ਨਾਲ ਜੁੜੀ ਹੁੰਦੀ ਹੈ, ਅਤੇ ਦੂਸਰਾ ਸਿਰਾ ਉਹਦਾ ਸਾਗਰ ਨਾਲ ਜੁੜਿਆ ਹੁੰਦਾ ਹੈ। ਕਿਸੇ ਚਸ਼ਮੇ ਤੋਂ ਤੁਰ ਕੇ ਸਾਗਰ ਤੱਕ ਉਸ ਨਦੀ ਨੇ ਪਹੁੰਚ ਬਣਾਈ ਹੁੰਦੀ ਹੈ। ਇਸੇ ਤਰ੍ਹਾਂ ਗੁਰੂ ਸਾਹਿਬ ਦੀਆਂ ਵੀ ਕੁਝ ਬਰਕਤਾਂ ਦਾ ਇੱਕ ਸਿਰਾ, ਇੱਕ ਹਿੱਸਾ ਸਾਡੇ ਨਾਲ ਸੰਬੰਧਿਤ ਹੈ, ਅਤੇ ਗੁਰਦੇਵ ਦਾ ਜੋ ਗੁਰੂ ਕਲਾ ਦਾ ਸਿਰਾ ਸਾਡੇ ਨਾਲ ਸੰਬੰਧਿਤ ਹੈ, ਉਹ ਸਰੀਰਾਂ ਦੇ ਰਾਹੀਂ ਪ੍ਰਗਟ ਹੋਇਆ ਹੈ। ਫਿਰ ਸਮਝ ਲਈਏ ਗੁਰੂ ਸਰੀਰ ਨਹੀਂ ਹੈ, ਪਰ ਫਿਰ ਵੀ ਪ੍ਰਗਟ ਸਰੀਰ ਦੇ ਰਾਹੀਂ ਸਾਡੇ ਨਾਲ ਹੋਏ ਨੇ। ਅਸੀਂ ਸਦੀਆਂ ਤੋਂ ਪੜ੍ਹਦੇ ਸੁਣਦੇ ਆ, ਨਾਨਕ ਗੁਰੂ ਨੇ, ਗੁਰੂ ਨਾਨਕ ਪ੍ਰਗਟ ਹੋਏ ਨੇ। ਅਕਾਲ ਪੁਰਖ ਵਾਹਿਗੁਰੂ ਜੀ ਨਾਨਕ ਸਾਹਿਬ ਜੀ ਦੇ ਰੂਪ 'ਚ ਆਪੇ ਪ੍ਰਗਟ ਹੋਏ ਨੇ ਦਾ ਮਤਲਬ, ਤੇ ਨਾਨਕ ਪਾਤਸ਼ਾਹ ਸਾਹਿਬ ਜੀ ਨੇ ਮਨੁੱਖੀ ਜਾਮਾ ਹੰਡਾਏ। ਇੱਥੋਂ ਸਮਝ ਆਉਂਦੀ ਵੀ ਗੁਰੂ ਪਾਤਸ਼ਾਹ ਜੀ ਦਾ ਇੱਕ ਹਿੱਸਾ, ਇੱਕ ਸਿਰਾ
ਸਾਡੇ ਨਾਲ ਸੰਬੰਧਿਤ ਹੁੰਦਾ ਹੈ ਅਤੇ ਸਾਡੇ ਨਾਲ ਸੰਬੰਧ ਬਣਾਉਣ ਵਾਸਤੇ ਉਹਨਾਂ ਨੂੰ ਮਨੁੱਖੀ ਤਨ ਧਾਰਨਾ ਹੀ ਪੈਂਦਾ ਹੈ। ਔਰ ਇਹ ਗੱਲ ਜੇ ਕਿਤੇ ਸਾਨੂੰ ਗਿਆਨ ਖੰਡ ਵਿੱਚ ਜਾ ਕੇ ਸਮਝ ਆ ਜਾਏ, ਅੱਜ ਇੱਕ ਬਚਨ ਅਸੀਂ ਪੜ੍ਹਦੇ ਨਾ, ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਸਮੇਂ ਹਰ ਯੁੱਗ ਦੇ ਵਿੱਚ ਇਹ ਕਲਾ ਵਰਤੀ ਹੈ। ਪੈਜ ਭਗਤ ਦੀ ਰਹੀ ਹੈ, ਇੱਜ਼ਤ ਗੁਰਸਿੱਖ ਦੀ ਬਚੀ ਹੈ, ਅਤੇ ਪਰ ਗੁਰਸਿੱਖ ਭਗਤ ਨੂੰ ਕਰਤਾ ਪੁਰਖ ਦੇ ਉਸ ਵਿਸ਼ਾਲ ਮੰਡਲ ਨਾਲ ਜੋੜਨ ਦਾ ਜੋ ਸੰਬੰਧ ਸਥਾਪਿਤ ਕਰਨ ਦੀ ਜੁਗਤ ਦਿੰਦਾ ਹੈ, ਗੁਰੂ ਹੈ। ਇਹਦੇ 'ਚ ਗੁਰੂ ਦੇ ਜ਼ਿਕਰ ਨਹੀਂ ਹੁੰਦਾ, ਜਾਂ ਤਾਂ ਭਗਤ ਦਾ ਜ਼ਿਕਰ ਹੁੰਦਾ ਜਾਂ ਪਰਮਾਤਮਾ ਦਾ ਜ਼ਿਕਰ ਹੁੰਦਾ ਹੈ। ਇਸੇ ਕਰਕੇ ਸਦੀਆਂ ਤੋਂ ਸਿੱਖਾਂ ਦੀ ਗੱਲ ਕੁਰਬਾਨੀਆਂ ਦੀ ਗੱਲ ਹੈ, ਸਿੱਖਾਂ ਦੇ ਜਪ ਤਪ ਦੀ ਗੱਲ ਹੈ, ਸਿੱਖਾਂ ਦੇ ਆਦਰਸ਼ਾਂ ਦੀ ਗੱਲ ਹੈ, ਸਿੱਖਾਂ ਦੇ ਸਿਮਰਨ ਦੀ ਗੱਲ ਹੈ, ਭਜਨ ਦੀ ਗੱਲ ਹੈ, ਕੀਰਤਨ ਸੇਵਾ ਸਿਮਰਨ ਦੀ ਗੱਲ ਹੈ, ਅਤੇ ਜਾਂ ਰਹਿਮਤਾਂ ਦੀ ਗੱਲ ਹੈ ਵੀ ਕਿਸੇ ਨੂੰ ਕਿੰਨੀਆਂ ਰਹਿਮਤਾਂ ਮਿਲੀਆਂ, ਕਿਸ ਨੇ ਕਿੰਨੇ ਵਡਿਆਈਆਂ ਨੂੰ ਪ੍ਰਾਪਤ ਕੀਤਾ। ਗੁਰੂ ਦੀ ਗੱਲ ਅਸੀਂ ਕਰ ਨਹੀਂ ਪਾਵਾਂਗੇ ਜਦੋਂ ਵੀ ਜਾਂ ਤਾਂ ਗੁਰਦੇਵ ਦੀਆਂ ਗੱਲਾਂ ਕਰਦਿਆਂ ਫਿਰ ਅਸੀਂ ਸਰੀਰਾਂ ਦੇ ਰੂਪ 'ਚ ਉਤਰਦੇ ਹਾਂ, ਜਿਸ 'ਚ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਇੱਥੇ ਗਏ ਅਤੇ ਆਹ ਗਾਥਾ ਹੋਈ, ਉੱਥੇ ਗਏ ਅਤੇ ਆਹ ਸਾਖੀ ਵਰਤੀ। ਦਸਵੇਂ ਪਾਤਸ਼ਾਹ ਸਾਹਿਬ ਜੀ ਇਸ ਤਰ੍ਹਾਂ ਵਰਤਦੇ ਸਨ, ਇਸ ਤਰ੍ਹਾਂ ਜੂਝਦੇ ਸਨ। ਸਾਡੀਆਂ ਤਾਂ ਗੱਲਾਂ ਸਰੀਰ ਦੀਆਂ ਸੰਬੰਧਿਤ ਨੇ ਨਾ। ਇਸ ਕਰਕੇ ਗੁਰੂ ਪਾਤਸ਼ਾਹ ਦਾ ਇੱਕ ਪੱਖ ਸਰੀਰਾਂ ਨਾਲ ਸੰਬੰਧ। ਅੱਜ ਵੀ ਜਦੋਂ ਕੋਈ ਸਾਨੂੰ ਕਹਿੰਦਾ ਨਾ ਭਾਈ ਆ ਚੰਗਾ ਕੰਮ ਕਰੋ, ਅਤੇ ਚੇਤਾ ਰੱਖਣਾ ਉੱਥੇ ਗੁਰੂ ਹੀ ਵਰਤ ਰਹੇ ਨੇ, ਉੱਥੇ ਗੁਰ ਪਰਮੇਸ਼ਰ ਦਾ ਹੀ ਸਰੂਪ ਹੈ। ਇਸੇ ਕਰਕੇ ਸਾਨੂੰ ਦੱਸਿਆ ਗਿਆ ਹੈ ਕਿ ਗੁਰਸਿੱਖਾਂ ਅੰਦਰ ਸਤਿਗੁਰੂ ਵਰਤਾ ਹੈ। ਕਿਸ ਗੁਰਸਿੱਖ ਨੂੰ ਕਦੋਂ ਕੀ ਪ੍ਰੇਰਣਾ ਮਿਲ ਜਾਣੀ ਆ, ਅਤੇ ਉਹਨੇ ਆਪਣੀ ਰੂਹਾਨੀ ਪ੍ਰੇਰਣਾ ਦੇ ਸਦਕੇ ਅਗਾਂਹ ਕਿਸੇ ਨੂੰ ਕੀ ਪ੍ਰੇਰਣਾ ਦੇਣੀ ਆ, ਇਹ ਤਾਂ ਗੁਰੂ ਕਲਾ ਹੀ ਜਾਣਦੀ ਹੈ ਨਾ। ਇਸੇ ਕਰਕੇ ਕਿਸੇ ਦਾ ਕਹਿਆ ਕੋਈ ਜੀ ਨਹੀਂ ਸੁਣਦਾ, ਅਤੇ ਕਿਸ ਦਾ ਕਹਿਆ ਜ਼ਮਾਨਾ ਸੁਣਦਾ ਹੈ। ਅਸੀਂ ਵੇਖਿਆ ਕਈਆਂ ਦੇ ਬਾਬਤ ਨਾ, ਉਹਨਾਂ ਦੇ ਕਹੇ ਨੂੰ ਜ਼ਮਾਨਾ ਸੁਣਦਾ ਹੈ, ਉਹਨਾਂ ਦੇ ਕਹੇ ਨੂੰ ਲੋਕ ਮੰਨਦੇ, ਰਾਜੇ ਰਾਣੀਆਂ ਮੰਨਦੇ ਨੇ। ਹੁਣ ਉੱਥੇ ਕੀ ਵਰਤਦਾ ਹੈ? ਉੱਥੇ ਗੁਰੂ ਕਲਾ ਵਰਤਦੀ ਹੈ। ਅਸੀਂ ਉਹਨਾਂ ਨੂੰ ਸੰਤ ਕਹਿੰਦੇ ਹਾਂ, ਅਸੀਂ ਭਗਤ ਕਹਿੰਦੇ ਹਾਂ, ਅਸੀਂ ਗੁਰਮੁਖ ਕਹਿੰਦੇ ਹਾਂ, ਅਸੀਂ ਹੋਰ ਵੀ ਕਈਆਂ ਸ਼ਬਦਾਂ ਦੇ ਨਾਲ ਉਹਨੂੰ ਜਾਣਦੇ ਹਾਂ, ਪਰ ਦਰਅਸਲ ਉੱਥੇ ਗੁਰੂ ਕਲਾ ਵਰਤ ਰਹੀ ਹੁੰਦੀ ਹੈ। ਗੁਰਸਿੱਖਾਂ ਦੇ ਰਾਹੀਂ ਗੁਰੂ ਆਪਣੀ ਕਲਾ ਨੂੰ ਪ੍ਰਗਟ ਕਰਦੇ ਨੇ। ਜਿਵੇਂ ਹੈ ਤੇ ਰੌਸ਼ਨੀ ਸਾਰੀ ਕਰਤੇ ਦੀ, ਬ੍ਰਹਮੰਡ ਵਿੱਚ ਕਈ ਨੇ ਸੂਰਜ ਕਰਕੇ ਪ੍ਰਗਟ ਹੁੰਦੀ ਹੈ, ਪਰ ਸਾਨੂੰ ਤਾਂ ਬਲਬ ਕਰਕੇ ਮਿਲ ਰਹੀ ਹੈ ਨਾ। ਜਿੱਥੇ ਬਲਬ ਵੀ ਆ ਨਾ ਇਸ ਤਰ੍ਹਾਂ ਰੂਪ ਤਾਰਾਂ ਨਾ ਹੋਣ, ਅਤੇ ਅਸੀਂ ਕਹਿੰਦੇ ਸਾਨੂੰ ਤਾਂ ਟਾਰਚ ਕਰਕੇ ਮਿਲਦੀ ਤੇ ਰੌਸ਼ਨੀ ਹੈ ਨਾ। ਅਤੇ ਰੌਸ਼ਨੀ ਨਿਰੰਕਾਰ ਦੀ ਸੂਰਜ ਦੀ ਹੈ, ਉਹ ਕਿਸੇ ਰੂਪ 'ਚ ਪ੍ਰਗਟ ਹੁੰਦੀ ਹੈ। ਉਸ ਰੌਸ਼ਨੀ ਨੂੰ ਪ੍ਰਗਟ ਕਰਨ ਵਾਸਤੇ ਜੁਗਤ ਕੀ ਵਰਤੀ ਗਈ, ਉਹ ਅਲੱਗ ਬਾਤ ਹੈ। ਜੁਗਤਾਂ ਦੀ ਉਹ ਸਾਧਨਾਂ ਦੀ ਪੂਜਾ ਨਹੀਂ ਹੁੰਦੀ, ਸਾਧਨ ਦਾ ਮਾਣ ਸਨਮਾਨ ਹੁੰਦਾ ਹੈ। ਥੋੜ੍ਹੇ ਚਿਰਾਂ ਬਾਅਦ ਅਸੀਂ ਸੈੱਲ ਕੱਢ ਕੇ ਬਦਲ ਲੈਂਦੇ ਹਾਂ, ਰੌਸ਼ਨੀ ਥੋੜ੍ਹਾ ਬਦਲ ਲੈਂਦੇ ਹਾਂ। ਅਸੀਂ ਬਲਬ ਬਦਲ ਸਕਦੇ ਹਾਂ, ਤਾਰਾਂ ਬਦਲ ਸਕਦੇ ਹਾਂ, ਰੌਸ਼ਨੀ ਨਹੀਂ ਬਦਲ ਸਕਦੇ। ਇਸੇ ਤਰ੍ਹਾਂ ਅਸੀਂ 10 ਪਾਤਸ਼ਾਹੀਆਂ ਦਾ ਜ਼ਿਕਰ ਬਦਲ ਲੈਂਦੇ ਹਾਂ, ਪਹਿਲੀ ਪਾਤਸ਼ਾਹੀ ਦੂਜੀ ਪਾਤਸ਼ਾਹੀ ਕਰ ਲੈਂਦੇ ਹਾਂ, ਜੋ ਥੋੜ੍ਹਾ ਬਦਲ ਦਿੰਦੇ ਹਾਂ। ਅਸੀਂ ਭਗਤ ਕਬੀਰ ਸਾਹਿਬ ਜੀ, ਰਵਿਦਾਸ ਸਾਹਿਬ ਜੀ ਕਹਿ ਲੈਂਦੇ ਹਾਂ, ਅਸੀਂ ਜੋ ਸਰੀਰ ਬਦਲਦੇ ਹਾਂ, ਜੋਤ ਥੋੜ੍ਹਾ ਬਦਲ ਰਹੇ ਹਾਂ। ਅਸੀਂ ਕਦੇ ਭਗਤ ਰਵਿਦਾਸ ਜੀ ਦੀਆਂ ਗੱਲਾਂ ਕਰਦੇ ਹਾਂ, ਕਦੇ ਕਬੀਰ ਸਾਹਿਬ ਦੀਆਂ ਗੱਲਾਂ ਕਰਦੇ ਹਾਂ, ਕਦੇ ਧੰਨਾ ਜੀ ਦੀਆਂ ਗੱਲਾਂ ਕਰਦੇ ਹਾਂ, ਪਰ ਜੋਤ ਤਾਂ ਉਹੀ ਆ ਨਾ, ਉਹੀ ਗੁਰੂ ਜੋਤ ਹੈ। ਅਸੀਂ ਗੁਰਬਾਣੀ ਦੀ ਗੱਲ ਕਰਦੇ ਹਾਂ ਕਿ ਗੁਰਬਾਣੀ ਆਖਰ ਸਰੀਰਾਂ ਦੇ ਰਾਹੀਂ ਪ੍ਰਗਟ ਹੋਈ ਹੈ। ਇਸ ਕਰਕੇ ਮਹਾਰਾਜ ਜੀ ਨੇ ਕਿਤੇ ਕਿਤੇ ਉਹਨਾਂ ਅਵਸਥਾਵਾਂ ਦਾ ਮਾਣ ਕੀਤਾ ਹੈ ਜਿੱਥੋਂ ਇਹ ਸਾਨੂੰ ਬਰਕਤਾਂ ਪ੍ਰਾਪਤ ਹੋਈਆਂ ਨੇ। ਅਸੀਂ ਉਹਨਾਂ ਦੇ ਨਾਲ ਮਾਣ ਸਨਮਾਨ ਕਰਦੇ ਹਾਂ, ਅਤੇ ਫਿਰ ਉਹਨਾਂ ਦੇ ਸਦਕੇ ਸਾਨੂੰ ਅਗਲੀਆਂ ਵਡਿਆਈਆਂ ਮਿਲੇ। ਅੱਜ ਵੀ ਅਤੇ ਉਹੀ ਸਾਡੇ ਨਾਲ ਇਹਨਾਂ ਰਿਸ਼ਤਿਆਂ ਸੰਬੰਧਾਂ 'ਚ ਪ੍ਰਗਟ ਹੁੰਦੇ ਨੇ। ਸਤਿਗੁਰੂ ਧੰਨ ਹੈ। ਇੱਕ ਤਾਂ ਬੜੇ ਪਿਆਰ ਨਾਲ ਅਸੀਂ ਪੌੜੀਆਂ 'ਚ ਪੜ੍ਹਦੇ ਨਾ, ਧੰਨ ਧੰਨ ਪਿਤਾ, ਧੰਨ ਧੰਨ ਜਨਨੀ ਮਾਤਾ, ਧੰਨ ਹੈ ਪਿਤਾ ਧੰਨ ਕਿਹੜੇ ਜਿਹਨੇ ਗੁਰੂ ਜਣਿਆ। ਉਂਝ ਕਹਾਂਗੇ ਗੁਰੂ ਦਾ ਜਨਮ ਨਹੀਂ ਹੁੰਦਾ, ਇੱਥੇ ਗੁਰੂ ਜਣਿਆ ਕੀ ਹੈ? ਜਿਨ੍ਹਾਂ ਨੇ ਉਸ ਸਰੀਰ ਨੂੰ ਜਨਮ ਦਿੱਤਾ ਹੈ ਜਿਹਦੇ ਵਿੱਚੋਂ ਗੁਰੂ ਕਲਾ ਪ੍ਰਗਟ ਹੋ ਰਹੀ ਹੈ। ਅਸੀਂ ਸਿੱਧੇ ਤੌਰ 'ਤੇ ਕਹਾਂਗੇ ਮਾਤਾ ਤ੍ਰਿਪਤਾ ਜੀ ਧੰਨ ਨੇ, ਮਹਿਤਾ ਕਾਲੂ ਜੀ ਧੰਨ ਨੇ, ਇਹ ਧੰਨਤਾ ਯੋਗ ਨੇ। ਅਸੀਂ ਕਹਾਂਗੇ ਨਾ
कि बाबा लहणा जी के माता पिता जी धन ने, बाबा अमरदास साहब जी के माता पिता जी धन ने, रामदास महाराज जी के माता पिता धन ने, जिन्हों ने ऐसे निर्मल रूहां नूं मातलोक ते लिआंदा है, जिन्होंने अगे जाके गुरु जोतां प्राप्त होईयां। ते माता तृप्ता तो वध धन किहनूं कवांगे, जिहदे घर गुरु नानक जी खेडे ने आप आके बाल रूप दे विच। ते जे उन्हां ते फिर उन्हां सरूपां नूं इस धन कहना पैना है। धन धन सतपुरख सतगुरु हमारा, भई साडा सतगुरु ते धन है। हुण अगला पुछदा जी क्यों धन है? कह लगे जित मिलिए हमको शांति आई। सतगुरु दे मिलन की पहली निशानी मन शांत हुंदा है। आपां जितने बाणी पढ़ते हाँ, हुण सानूं ठीक है उस रूप च सतगुरु असीं कहंदे नहीं भी सानूं बाबा लहणा जी गुरु अंगद करके अज नहीं सानूं कोल बैठदे। असीं कहांगे अज ते बाबा अमरदास साहब जी दे कोल सानूं बैठण दा वकत नहीं मिलदा। असीं कहांगे अज ते सानूं करतारपुर साहब के गुरु नानक साहब जी शरीर च बैठे नहीं मिलते। पर अज भी जदों बाणी पढ़ते हाँ जां किते बैठे हाँ, किसी संगत विच बैठे हाँ, किसी गुरमुख दे कोल बैठे हाँ, मन नूं शांति मिलती है ना, तो समझ लै इत्थे गुरु नानक दी कला वरत रही है। हुण ये साडी सब दी अलग अलग अवस्था हो सकदियां ने। किते सानूं कल्लियां बैठिਆਂ नूं मन शांत हो सकता है, कई बार संगत विच बैठा मन शांत हुंदा है, पर हुंदा उदों ही है जदों शब्द ना जुड़दा है। भावें घर कल्लियां बैठा होवे ते भावें इत्थे बैठा होवे, जदों भी शब्द नाल जुड़ जाएगा पहली निशानी है मन शांत होएगा। आप सवेरे सवेरे उठ के थोड़ा बहुता वाहिगुरू वाहिगुरू कीता ही होना ना, भावें 2 बार 4 बार 10 मिनट 5 मिनट। हुण अपना अपना तजुर्बा अपने ते टुका के देख लईए कि जदों 5 10 20 मिनट असीं बैठे कि साडा मन शांत होया। हुण असीं थोड़ी देर बाद सारे उठ के अपने अपने निजी राहां ते फिर तुर जाना है, तो तजुर्बा देखना कि जदों बाहर संसार च विचरदे हां उदों जां इत्थे आउण तो पहलां उदों ते इत्थे बैठे हां साडी मानसिक अवस्थावां दे की फर्क सी। वो फर्क ही सानूं साडीआं अपणीआं अवस्थावां दा निर्णय देवेगा। ते जे साडे इत्थे बैठे मन शांत सी ते समझना इत्थे गुरु नाल जुड़े सां। तो हो सकता है संभव है इत्थे बैठा होया कोई शांत ना होया होवे, जरूरी नहीं है, दावा नहीं ना इस कर सकते। पर बहुतात गिणती मनदी है कि इत्थे बैठण तो बाद मन शांत होण लग पैंदा है। बहु गिणती इदां ही मनदी है। भावें कई बार कईयां जीआं नूं बाणी खुले तौर पर प्रगट समझ नहीं आ रही हुंदी। बहुत सारे उन्हां जीआं दे नाल कई बार गलबात करन दा वकत मिले है जिन्हां नूं गुरबाणी बिल्कुल समझ नहीं आउंदी, जिन्हां दी भाषा बिल्कुल गुरबाणी दे नाल तालमेल नहीं खांदी। पर जदों वो भी कीरतन दे विच आके बैठदे ने, इत्थे तरन्नुम दे विच गाण बाणी नूं गाया जांदा संगीतक, ते बाद च कहंदे ने मन शांत हो गया है। ते दा मतलब गुरु दे नेड़े हो गए सन। भाषा करके नहीं हो पाए कोई फर्क नहीं, पर गुरु दे नेड़े हो गए सन। जिवें बर्फ दे शिला दे कोल बैठणगे ते ठंडक आपे मिलेगी, दीपक दे कोल बैठांगे ते रोशनी मिलेगी। अज जिवें हुण सर्दी है, असीं अचानक किते जाके हीटर दे कोल बह जाइए ते निग ते मिलना ही मिलना है ना। बस इसे तरह गुरु को बैठांगे तो शांति मिलेगी मिलेगी, क्योंकि गुरु का पहला स्वरूप ही शांत है। शांति दे पुंज गुरु नूं कहा जाता है। गुरु कितने कुछ शांत ने, इसका नज़ारा देखना होवे ते लाहौर वाल ध्यान कर लेना। कितने कुछ शांत ने गुरु, इसका नज़ारा सानूं दिसदा है। लाहौर की तत्ती तवी ते बैठे ने। इस तो पहला भी 1-2 दर्शन होए ने, आपने वेखे होना। मन की शांति कितने को गहरी होंदी है। वार्तालाप पढ़द्या 2 महापुरखों के वार्तालाप एक बार पढ़े, शायद आपने भी कदे वक्त लगे तो पढ़ सकते हो। संत बाबा अतर सिंह जी मस्तूआणा साहब वाले ते संत बाबा तेजा सिंह साहब जी, दोवां दा संवाद हो रहा सी। बाबा तेजा सिंह जी शायद अज तक दे जिन्ने संत ने सब तो वध पढ़े लिखे ने, जिन्होंने ऑक्सफोर्ड तो ते हार्वर्ड तो MA कीतियां होईयां ने और बहुत ज़्यादा पढ़े ने।
ਬਾਬਾ ਅਤਰ ਸਿੰਘ ਜੀ ਦੇ ਕੋਲ ਬੈਠੇ ਨੇ, ਸੁਭਾਵਿਕ ਹੀ ਸ਼ਾਂਤੀ ਦੀ ਅਤੇ ਸਹਿਜ ਦੀ ਗੱਲ ਚੱਲ ਪਈ। ਅਤੇ ਬਾਬਾ ਤੇਜਾ ਸਿੰਘ ਜੀ ਕਹਿੰਦੇ ਕਿ ਮਹਾਰਾਜ ਤੁਸੀਂ ਤਾਂ ਵੱਡੇ ਹੋ, ਇਹ ਦੱਸੋ ਕਿ ਗੁਰਬਾਣੀ ਵਿੱਚ ਜੋ ਸ਼ਾਂਤੀ ਅਤੇ ਸਹਿਜ ਦੀਆਂ ਗੱਲਾਂ ਨੇ, ਕੀ ਇਹਦਾ ਤਜਰਬਾ ਵੀ ਖੰਡਾਇਆ ਜਾ ਸਕਦਾ? ਕਹਿੰਦੇ ਤੇ ਹੈ ਨਾ ਕਿ ਮਨ ਸ਼ਾਂਤ ਹੋਣਾ ਚਾਹੀਦਾ ਹੈ, ਮਨ ਸਹਿਜ। ਸਾਡੇ ਕੋਈ ਕਰੂਪ ਦੇਖਿਆ ਹੋਣਾ, ਬਾਣੀ ਪੜ੍ਹਨ ਵਾਲਿਆਂ ਨੂੰ ਪਤਾ ਹੋਵੇਗਾ, ਰਸਨਾ ਗੁਣ ਗੋਪਾਲ ਨਿਧ ਗਾਇਣ, ਸ਼ਾਂਤ ਸਹਿਜ ਰਹਿਸ ਮਨ ਉਪਜਿਓ, ਸਗਲੇ ਦੁੱਖ ਭੁਲਾਇਣ। ਜਦੋਂ ਦੀ ਵਿਆਖਿਆ ਕਰਨ ਲੱਗੇ ਬਾਬਾ ਅਤਰ ਸਿੰਘ ਸਾਹਿਬ ਜੀ ਤੇ ਭਾਈ ਕਹਿਣ ਲੱਗੇ, ਭਾਈ ਮਨ ਇੰਨਾ ਸ਼ਾਂਤ ਅਤੇ ਟਿਕਿਆ ਹੋਣਾ ਚਾਹੀਦਾ ਹੈ ਕਿ ਤੁਸੀਂ ਬੈਠੇ ਹੋ, ਕੋਈ ਤੁਹਾਡੇ ਆ ਕੇ ਕੋਲ ਅਪ ਸ਼ਬਦ ਬੋਲਦਾ ਹੈ, ਤੁਹਾਡਾ ਨਾਂ ਲੈ ਕੇ ਬੋਲ ਕਬੋਲ ਬੋਲਦਾ ਹੈ, ਤੁਹਾਡਾ ਨਾਂ ਲੈ ਕੇ ਤੁਹਾਨੂੰ ਗਾਲੀਆਂ ਕੱਢਦਾ ਹੈ, ਕੋਈ ਤੁਹਾਡੇ ਹੱਥੀਂ ਪੈ ਜਾਂਦਾ ਹੈ, ਤੁਹਾਨੂੰ ਬੈਠਿਆਂ ਨੂੰ ਡੇਗ ਦਿੰਦਾ ਹੈ, ਚੋਟ ਪਹੁੰਚਾਉਂਦਾ ਹੈ, ਪਰ ਤੁਹਾਡੇ ਮਨ ਵਿੱਚ ਉਸ ਵਿਅਕਤੀ ਦੇ ਪ੍ਰਤੀ ਕੀ ਸਮਾਜ ਕੀ ਕੋਈ ਲਹਿਰ ਹੀ ਨਾ ਉੱਠੇ, ਮਨ ਟਿਕਾਓ 'ਚ ਹੋਵੇ। ਅਤੇ ਬਾਬਾ ਤੇਜਾ ਸਿੰਘ ਜੀ ਕਹਿੰਦੇ ਕੀ ਸੰਭਵ ਵੀ ਹੈ? ਕਿ ਫਿਲਾਸਫੀ 'ਚ ਕਹਿਣਾ ਹੀ ਸੌਖਾ ਹੈ, ਕਿ ਸੰਭਵ ਵੀ ਹੈ, ਐਸਾ ਕਦੇ ਹੋਇਆ ਵੀ ਹੈ? ਅਤੇ ਫਿਰ ਕਹਿਣ ਲੱਗੇ ਇਤਿਹਾਸ ਤੁਸੀਂ ਤਾਂ ਪੜ੍ਹਿਓ, ਇਤਿਹਾਸ 'ਚ ਨਜ਼ਰ ਮਾਰ ਕੇ ਦੇਖੋ। ਅਸਾਂ ਕਿਤੇ ਲੱਭਣਾ ਹੋਵੇ ਤਾਂ ਦ੍ਰਿਸ਼ਟਾਂਤ ਮਿਲਦਾ ਨਾ, ਗੋਇੰਦਵਾਲ ਸਾਹਿਬ ਦਾ ਪਾਵਨ ਸਥਾਨ ਹੈ। ਗੁਰੂ ਅਮਰਦਾਸ ਮਹਾਰਾਜ ਜੀ ਆਪਣੇ ਆਸਣ 'ਤੇ ਬੈਠੇ ਨੇ, ਬਾਬਾ ਦਾਤੂ ਜੀ ਆਉਂਦੇ ਨੇ, ਦਰਵਾਜ਼ੇ 'ਚ ਆਉਂਦੇ ਉੱਚੀ ਉੱਚੀ ਬੋਲ ਕਬੋਲ ਬੋਲਦੇ ਨੇ, ਬੋਲ ਕਬੋਲ ਬੋਲਦੇ 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 ਸਿੰਘਾਸਨ ਤੱਕ ਪਹੁੰਚ ਜਾਂਦੇ ਨੇ। ਮਹਾਰਾਜ ਜੀ ਨੂੰ ਹੱਥ ਪਾ ਲੈਂਦੇ ਨੇ, ਹੱਥ ਹੀ ਨਹੀਂ ਪਾਉਂਦੇ, ਅਪਮਾਨਜਨਕ ਤਰੀਕੇ ਦੇ ਨਾਲ ਵਿਵਹਾਰ ਕਰਦੇ ਨੇ। ਕਹਿੰਦੇ ਨੇ ਇੰਨੀ ਜ਼ੋਰ ਨਾਲ ਲੱਤ ਮਾਰਦੇ ਨੇ ਕਿ ਬਜ਼ੁਰਗੀ ਦੇ ਵਿੱਚ ਸਰੀਰ ਹੈ ਬਾਬਾ ਅਮਰਦਾਸ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਕਾ ਆਪਣੇ ਆਸਣ ਤੋਂ ਡਿੱਗ ਜਾਂਦੇ ਨੇ, ਇੰਨੇ ਜ਼ੋਰ ਦਾ ਧੱਕਾ ਮਾਰਦੇ ਨੇ। ਮਹਾਰਾਜ ਆਪਣੇ ਆਸਣ ਤੋਂ ਨੀਚੇ ਆ ਜਾਂਦੇ ਨੇ, ਪਰ ਹੇਠਾਂ ਆਉਂਦੇ ਹੀ ਯਕਦਮ ਸੰਭਲਦੇ ਨੇ। ਅਤੇ ਉਸੇ ਬਾਬੇ ਦਾਤੂ ਨੇ ਜਿਹਨੇ ਲੱਤ ਮਾਰੀ ਹੈ, ਉਹਦੇ ਚਰਨ ਫੜ ਕੇ ਕਹਿੰਦੇ ਨੇ ਵੀ ਤੈਨੂੰ ਸੱਟ ਤਾਂ ਨਹੀਂ ਲੱਗੀ? ਇੰਨੇ ਜ਼ੋਰ ਨਾਲ ਤੂੰ ਲੱਤ ਮਾਰੀ ਹੈ, ਤੈਨੂੰ ਸੱਟ ਤਾਂ ਨਹੀਂ ਲੱਗੀ? ਮੇਰੇ ਤੇ ਸਰੀਰ ਬਜ਼ੁਰਗੀ ਕਰਕੇ ਸਖਤ ਅਤੇ ਕਠੋਰ ਹੋ ਗਏ ਨੇ, ਤੇਰੇ ਚਰਨ ਤੇ ਕੋਮਲ ਨੇ ਨਾ, ਤੂੰ ਤੇ ਮੇਰੇ ਗੁਰੂ ਕਾ ਪੁੱਤਰ ਹੈ, ਤੈਨੂੰ ਸੱਟ ਤਾਂ ਨਹੀਂ ਲੱਗੀ? ਉਹ ਫਿਰ ਗਾਲੀ ਗਲੋਜ਼ ਕਰਦਾ ਹੈ, ਫਿਰ ਮਾੜੇ ਸ਼ਬਦ ਬੋਲਦਾ ਅਤੇ ਕਹਿੰਦਾ ਉੱਠ ਕੇ ਚਲੇ ਜਾਓ, ਸਭ ਖਾਲੀ ਕਰ ਦਿਓ। ਮਹਾਰਾਜ ਉੱਠ ਕੇ ਬਾਹਰ ਆ ਜਾਂਦੇ ਨੇ, ਖਾਲੀ ਕਰਦੇ ਨੇ ਗੋਇੰਦਵਾਲ ਸਾਹਿਬ। ਅਤੇ ਆਪਾਂ ਨੂੰ ਪਤਾ ਬਾਹਰ ਬਿਲਕੁਲ ਦੂਰ, ਬਿਲਕੁਲ ਦਰਿਆ ਦੇ ਕਿਨਾਰੇ 'ਤੇ ਆ ਕੇ ਬਹਿਣ ਲਿਆ ਵੀ ਸਭ ਕੁਝ ਖਾਲੀ ਕਰਤਾ। ਇਹ ਸ਼ਾਂਤੀ ਦਾ ਸਹਿਜ ਦਾ ਸ਼ਾਇਦ ਇਹ ਤੋਂ ਵੱਡਾ ਨਮੂਨਾ, ਇਹ ਤੋਂ ਵੱਡਾ ਸਾਡਾ ਆਦਰਸ਼ ਲੱਭਣਾ ਮੁਸ਼ਕਿਲ ਹੋਵੇਗਾ। ਕਹਿਣ ਲੱਗੇ ਅੱਜ ਸਾਨੂੰ ਸਮਝ ਆ ਜਾਏ, ਬਾਣੀ ਪੜ੍ਹਦੇ ਆ, ਕੀਰਤਨ ਸੁਣਦੇ ਆ, ਕਰਦੇ ਆ, ਧਿਆਨ 'ਚ ਬੈਠੇ ਆ ਆਪਣੇ ਗੁਰੂ ਦੇ, ਜਦੋਂ ਮਨ ਸ਼ਾਂਤ ਹੋਣ ਲੱਗ ਪਏ। ਅਤੇ ਸ਼ਾਂਤੀ ਦਾ ਮਤਲਬ ਹੈ ਜਿਨ੍ਹਾਂ ਦੇ ਨਾਲ ਸਾਡਾ ਕਿਸੇ ਕਰਕੇ ਵੱਟ ਵਿਰੋਧ ਹੈ, ਸਾਹਮਣੇ ਆ ਜਾਣ, ਸਾਡੇ ਮਨ 'ਚ ਕਿਸੇ ਪ੍ਰਕਾਰ ਦੀ ਕੋਈ ਲਹਿਰ ਨਾ ਪੈਦਾ ਹੋਵੇ। ਅਸੀਂ ਮੰਨਦੇ ਹਾਂ ਕਿ ਪਾਣੀ ਤਰਲ ਹੁੰਦਾ ਹੈ ਨਾ, ਲਹਿਰਾਂ ਦੇ ਸਹਿਤ ਰਹਿੰਦਾ ਹੈ, ਪਾਣੀ ਲਹਿਰਾਂ ਦੇ ਸਹਿਤ ਹੀ ਵਿਚਰਦਾ ਹੈ, ਪਰ ਉਹੀ ਪਾਣੀ ਹੌਲੀ 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 ਟਿਕਦਾ 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 ਇੰਨਾ ਟਿਕਾਓ 'ਚ ਆ ਜਾਂਦਾ ਹੈ ਕਿ ਪੱਥਰ ਬਣ ਜਾਂਦਾ ਹੈ, ਜਿਹਨੂੰ ਆਪਾਂ ਬਰਫ਼ ਕਹਿੰਦੇ ਹਾਂ। ਹੁਣ ਹੈ ਤੇ ਪਾਣੀ ਨਾ ਹੋ, ਪਰ ਇੰਨਾ ਠੰਡਾ ਹੋ ਗਿਆ ਉਹਦੀ ਸਾਰੀਆਂ ਲਹਿਰਾਂ ਠਹਿਰ ਗਈਆਂ ਨੇ। ਹੁਣ ਕਿਸੇ ਪ੍ਰਕਾਰ ਦੀ ਕੋਈ ਲਹਿਰ ਉਹਦੇ ਵਿੱਚ ਨਹੀਂ ਹੈ, ਬਿਲਕੁਲ ਸ਼ਾਂਤ। ਸ਼ਾਇਦ ਇਹੀ ਸਰੂਪ ਗੁਰੂ ਦਾ ਹੈ। ਗੁਰਦਾਤਾ ਗੁਰ ਹਿਵੈ ਘਰ, ਗੁਰੂ ਦਾ ਸਰੂਪ ਕਿਹੜਾ ਹੈ? ਬਰਫ਼ ਦਾ ਘਰ, ਬਿਲਕੁਲ ਸ਼ਾਂਤ ਹੈ, ਤਰਲਤਾ ਨਾਲ ਭਰਿਆ ਹੋਇਆ, ਪਰ ਉਹਦਾ ਅੰਦਰਲਾ ਸਰੂਪ ਬਿਲਕੁਲ ਸ਼ਾਂਤ ਹੈ। ਗੁਰਦਾਤਾ ਗੁਰ ਹਿਵੈ ਘਰ, ਗੁਰੂ ਬਿਲਕੁਲ ਬਰਫ਼ ਦਾ ਘਰ ਬਣ ਜਾਂਦਾ ਹੈ। ਜਦੋਂ ਮਨ ਟਿਕਣ ਲੱਗ ਪਏ, ਮਨ ਸ਼ਾਂਤ ਹੋਣ ਲੱਗ ਪਏ, ਬੇਚੈਨੀਆਂ ਖਤਮ ਹੋਣ ਲੱਗ ਪੈਣ, ਸਮਝ ਲੈਣਾ ਸਾਡਾ ਸੰਬੰਧ ਅੱਜ ਗੁਰੂ ਦੇ ਨਾਲ ਜੁੜਿਆ ਹੋਇਆ ਹੈ। ਸਰੀਰ ਕਰਕੇ ਭਾਵੇਂ ਅਸੀਂ ਇਕੱਲੇ ਬੈਠੇ ਹੋਈਏ, ਭਾਵੇਂ ਕੀਰਤਨ ਜਾਪ ਹੋ ਰਿਹਾ ਉੱਥੇ ਬੈਠੇ ਹੋਈਏ, ਕਈ ਵਾਰ ਹੋ ਸਕਦਾ ਸਫ਼ਰ ਕਰਦਿਆਂ ਵੀ ਆਪ ਜੀ ਬਾਣੀ ਪੜ੍ਹਦੇ ਹੋ, ਕਰਤਾ ਪੁਰਖ ਦੇ ਧਿਆਨ 'ਚ ਬੈਠੇ ਹੋ। ਇਹ ਕਲਾ ਕਿਤੇ ਵਰਤ ਸਕਦੀ ਹੈ, ਮਨ ਸ਼ਾਂਤ ਕਿਤੇ ਵੀ ਹੋ ਸਕਦਾ ਹੈ। ਅਸੀਂ ਮੰਨਦੇ ਹਾਂ ਕਿ ਜਦੋਂ ਵੀ ਸਾਡਾ ਜੋ ਅੰਦਰੂਨੀ ਪੱਖ ਹੈ ਸੁਰਤ, ਅਸੀਂ ਜੀਵਾਤਮ ਜਿਹਨੂੰ ਕਹਿੰਦੇ ਹਾਂ, ਸੁਰਤ ਕਰਕੇ
ਸ਼ਬਦ ਦਾ ਸੰਪਰਕ ਨੇੜਤਾ ਵੀ ਮਿਲੇਗੀ ਤੇ ਮਨ ਸ਼ਾਂਤ ਹੋ ਜਾਏਗਾ। ਜਿਹਨੂੰ ਅਸੀਂ ਕਹਿੰਦੇ ਨੇ ਸ਼ਬਦ ਗੁਰੂ ਸੁਰਤ ਧੁਨ ਚੇਲਾ, ਜਦੋਂ ਸੁਰਤ ਸ਼ਬਦ ਦੇ ਨੇੜੇ ਜਾਏਗੀ ਤੇ ਸੁਰਤ ਦੇ ਸਦਕੇ ਸਾਡਾ ਅੰਦਰੂਨੀ ਪੱਖ ਸ਼ਾਂਤ ਹੋ ਜਾਏਗਾ। ਗੁਰੂ ਦੇ ਮਿਲਾਪ ਦੀ ਪਹਿਲੀ ਨਿਸ਼ਾਨੀ ਹੈ ਮਨ ਸ਼ਾਂਤ ਹੋ ਜਾਏਗਾ। ਇਸੇ ਕਰਕੇ ਜਿਤ ਮਿਲਿਏ ਹਮ ਕਹੋ ਸ਼ਾਂਤੀ ਆਈ, ਪਹਿਲੀ ਨਿਸ਼ਾਨੀ ਗੁਰੂ ਦੇ ਮਿਲਾਪ ਦੀ ਕਿ ਹੁਣ ਮਨ ਸ਼ਾਂਤ ਹੋ ਗਿਆ। ਤੇ ਜਦੋਂ ਮਨ ਸ਼ਾਂਤ ਹੋ ਜਾਂਦਾ ਹੈ ਬਹੁਤ ਸਾਰੀਆਂ ਪਰੇਸ਼ਾਨੀਆਂ ਤੋਂ ਸੁੱਤੇ ਸਿੱਧੀ ਬਾਹਰ ਨਿਕਲ ਆਉਂਦਾ ਹੈ। ਤੇ ਦਾਰਸ਼ਨਿਕ ਤੇ ਸਿਆਣੇ ਮੰਨਦੇ ਨੇ ਸਮੱਸਿਆ ਕਿੱਡੀ ਵੱਡੀ ਕਿਉਂ ਨਾ ਹੋਵੇ, ਅਗਰ ਮਨ ਸ਼ਾਂਤ ਹੋ ਕੇ ਵਿਚਾਰ ਕਰਦਾ ਹੈ ਤਾਂ ਉਹਦਾ ਸਮਾਧਾਨ ਮਨ ਨੂੰ ਪ੍ਰਾਪਤ ਹੋ ਜਾਂਦਾ ਹੈ। ਸਾਨੂੰ ਸਮਾਧਾਨ ਇਸ ਕਰਕੇ ਨਹੀਂ ਪ੍ਰਾਪਤ ਹੁੰਦੇ ਕਿਉਂਕਿ ਸਾਡਾ ਮਨ ਸ਼ਾਂਤ ਨਹੀਂ ਹੁੰਦਾ, ਤਮਾਮ ਪ੍ਰਕਾਰ ਦੇ ਸੰਕਲਪਾਂ ਤੇ ਵਿਕਲਪਾਂ 'ਚ ਵਿਚਰ ਰਿਹਾ ਹੁੰਦਾ ਹੈ। ਇਸ ਕਰਕੇ ਸਹੀ ਟਿਕਾਣੇ 'ਤੇ ਪਹੁੰਚ ਹੀ ਨਹੀਂ ਰਿਹਾ ਹੁੰਦਾ। ਤੇ ਜਿਉਂ-ਜਿਉਂ ਮਨ ਸ਼ਾਂਤ ਹੁੰਦਾ ਹੈ ਫਿਰ ਪ੍ਰਾਪਤ ਕੀਤਾ ਹੋਇਆ ਨਤੀਜਾ ਸਹੀ ਹੁੰਦਾ ਹੈ। ਉਹ ਮੰਨ ਪਾਵਾਂਗੇ ਕਿ ਨਹੀਂ ਮੰਨ ਪਾਵਾਂਗੇ, ਕਈ ਵਾਰ ਉਹ ਸਹੀ ਨਤੀਜਾ ਵੀ ਸਾਡੇ ਗਿਆਨ ਦੀ ਪਕੜ 'ਚ ਨਹੀਂ ਹੁੰਦਾ। ਇਸ ਕਰਕੇ ਅਸੀਂ ਕਹਿੰਦੇ ਨਹੀਂ ਇਹ ਕਿੱਦਾਂ ਹੋ ਸਕਦਾ ਹੈ, ਪਰ ਉਹੀ ਅਸਲ ਨਤੀਜਾ ਹੁੰਦਾ ਹੈ। ਦੂਜੀ ਗੱਲ ਸਮਝ ਆ ਜਾਏ, ਮਹਾਰਾਜ ਕਹਿਣ ਲੱਗੇ ਧੰਨ ਧੰਨ ਸਤਿਪੁਰਖ ਸਤਿਗੁਰੂ ਹਮਾਰਾ, ਵੀ ਸਾਡਾ ਸਤਿਗੁਰੂ ਤੇ ਧੰਨ ਹੈ। ਧੰਨ ਧੰਨ ਹੈ ਸਤਿਪੁਰਖ ਸਤਿਗੁਰੂ। ਜਿੱਥੇ ਪਹੁੰਚਣ ਤੇ ਕੀ ਮਿਲਿਆ, ਵੀ ਦੂਜੀ ਗੱਲ ਪਹਿਚਾਨ ਕੀ ਹੈ। ਕਹਿ ਲੱਗੇ ਜਦੋਂ ਮਨ ਸ਼ਾਂਤ ਹੁੰਦਾ ਤੇ ਫਿਰ ਪ੍ਰਾਪਤ ਕੀ ਹੁੰਦਾ ਹੈ। ਸ਼ਾਂਤ ਮਨਾਂ ਵਾਲਿਆਂ ਨੂੰ ਕੀ ਮਿਲਦਾ ਹੈ। ਇੱਥੇ ਅਸੀਂ ਬੈਠੇ ਹਾਂ, ਅਸੀਂ ਕਿਸੇ ਹੋਰ ਦਰਸ਼ਨ ਦੀ ਵਿਆਖਿਆਵਾਂ ਨਹੀਂ ਕਰਦੇ। ਅਸੀਂ ਇੱਥੇ ਬੈਠੇ ਆਖਰ ਕਿਉਂ ਬੈਠੇ ਆ, ਤੇ ਅਸੀਂ ਕਹਾਂਗੇ ਦੇਖੋ ਜੀ ਅਸੀਂ ਬਾਣੀ ਸੁਣਨ ਆਏ ਹਾਂ, ਬਾਣੀ ਪੜ੍ਹਨ ਆਏ ਹਾਂ। ਅਸੀਂ ਸਾਰੇ ਨਹੀਂ ਕੰਮ ਕਰਨ ਆਏ ਨਾ, ਬਾਣੀ ਸੁਣਨ ਆਏ, ਬਾਣੀ ਪੜ੍ਹਨ ਆਏ ਹਾਂ। ਕਦੇ ਕਹਾਂਗੇ ਕੀਰਤਨ ਕਰਨ ਆਏ ਹਾਂ, ਸੁਣਨ ਆਏ ਹਾਂ, ਕਥਾ ਕਰਨ ਆਏ ਹਾਂ, ਸੁਣਨ ਆਏ ਹਾਂ। ਅਲਟੀਮੇਟ ਤਾਂ ਅਸੀਂ ਬਾਣੀ ਹੀ ਪੜ੍ਹਨ ਸੁਣਨ ਆਏ ਹਾਂ ਨਾ। ਬਾਣੀ ਕਰਕੇ ਜਾਂ ਕੋਈ ਸਾਡੇ ਥੋੜ੍ਹਾ ਜਿਹਾ ਪ੍ਰਬੁੱਧ ਹੋਏਗਾ ਤੇ ਕਹੇਗਾ ਨਾਮ ਦੀ ਗੱਲ ਕਰਨਾ ਹੈ, ਨਾਮ ਦੀ ਦਾਤ ਪ੍ਰਾਪਤ ਹੁੰਦੀ ਭਾਈ, ਅਸੀਂ ਨਾਮ ਦੀ ਕਲਾ ਦੀ ਸਮਝ ਆਏ ਹਾਂ। ਕਹਿਣ ਲੱਗੇ ਫਿਰ ਦੂਜੀ ਗੱਲ, ਜਦੋਂ ਮਨ ਸ਼ਾਂਤ ਹੋ ਜਾਂਦਾ ਹੈ ਨਾ ਤੇ ਸਤਿਗੁਰੂ ਦੇ ਨਿਕਟ ਹੁੰਦਾ ਹੈ, ਫਿਰ ਦੂਸਰੀ ਵਸਤੂ ਦੂਸਰੀ ਅਵਸਥਾ 'ਤੇ ਪ੍ਰਾਪਤ ਹੁੰਦਾ ਹੈ। ਜਿਤ ਮਿਲਿਆ ਹਮ ਹਰ ਭਗਤੀ ਪਾਈ, ਦੂਸਰੀ ਅਵਸਥਾ ਹੈ ਸ਼ਾਂਤ ਮਨ ਹੀ ਭਗਤੀ ਕਰ ਸਕਦਾ ਜੇ, ਬੇਚੈਨ ਮਨ ਭਗਤੀ ਨਹੀਂ ਜੇ ਕਰ ਸਕਦਾ। ਇਸੇ ਕਰਕੇ ਬੇਚੈਨ ਵਿਅਕਤੀ ਤੇ ਕੁਝ ਵੀ ਨਹੀਂ ਕਰ ਪਾਉਂਦਾ, ਉਹ ਤੇ ਆਪਣੇ ਘਰ ਪਰਿਵਾਰ ਦੇ ਕਾਰਜ ਠੀਕ ਤਰ੍ਹਾਂ ਨਾਲ ਨਹੀਂ ਕਰ ਪਾਉਂਦਾ। ਬੇਚੈਨ ਵਿਅਕਤੀ ਤੇ ਰੋਟੀ ਢੰਗ ਨਾਲ ਨਹੀਂ ਖਾ ਪਾਉਂਦਾ, ਭਗਤੀ ਤੇ ਬੜੀ ਵੱਡੀ ਗੱਲ ਹੈ। ਬੇਚੈਨ ਵਿਅਕਤੀ ਤੇ ਠੀਕ ਢੰਗ ਨਾਲ ਨਾ ਬੈਠ ਪਾਉਂਦਾ, ਨਾ ਤੁਰ ਪਾਉਂਦਾ, ਨਾ ਸੋ ਪਾਉਂਦਾ, ਨਾ ਜਾਗ ਪਾਉਂਦਾ, ਉਹ ਤੇ ਕੁਛ ਵੀ ਨਹੀਂ ਕਰ ਪਾ ਰਿਹਾ। ਇਸ ਕਰਕੇ ਪਹਿਲੀ ਗੱਲ ਹੈ ਸ਼ਾਂਤ ਹੋਣਾ। ਇਸੇ ਕਰਕੇ ਸਿਆਣੇ ਕਹਿੰਦੇ ਨੇ ਸ਼ਾਂਤ ਹੋ ਜਾਓ, ਸ਼ਾਂਤ ਹੋ ਜਾਓ, ਸ਼ਾਂਤ ਹੋ ਜਾਓ, ਤਦ ਅਗਲੀ ਗੱਲ ਸਮਝ ਆਏਗੀ। ਮਨ ਸ਼ਾਂਤ ਹੋਇਆ, ਸ਼ਾਂਤ ਹੋਏ ਮਨ ਨੂੰ ਜੋ ਮਿਲਿਆ ਫਿਰ ਪ੍ਰੇਮ ਮਿਲਿਆ, ਭਗਤੀ ਮਿਲੀ। ਫਿਰ ਸ਼ਾਂਤ ਮਨ ਦੇ ਨਾਲ ਤੁਸਾਂ ਇੱਕ ਵਾਰ ਵਾਹਿਗੁਰੂ ਕਿਹਾ, ਇੱਕ ਵਾਰ ਰਾਮ ਕਿਹਾ, ਉਹ ਭਗਤੀ ਹੈ। ਬੇਚੈਨ ਮਨ ਦੇ ਨਾਲ ਲੱਖ ਵਾਰ ਵੀ ਕਰ ਦਿਓ, ਕੁਝ ਨਹੀਂ ਜੇ ਬਣਦਾ, ਉਹ ਦਿਖਾਵਾ ਹੋ ਜਾਂਦਾ। ਐਵੇਂ ਮੌਕਾ ਕਹਿਆ ਵਾਹ ਹੋ ਜਾਂਦਾ ਹੈ, ਉੱਤੇ ਪਾਣੀ 'ਚ ਖਿੱਚੇ ਲਕੀਰਾਂ ਬਣ ਜਾਂਦਾ ਹੈ। ਪਰ ਜਦ ਸ਼ਾਂਤ ਚਿੱਤ ਹੋ ਕੇ ਕੋਈ ਪਰਮੇਸ਼ਰ ਦਾ ਨਾਮ ਲੈਂਦਾ ਹੈ ਅਤੇ ਉਹ ਤਰੱਕੀਆਂ ਦਿੰਦਾ ਹੈ, ਉਹ ਯਥਾਰਥਾਂ ਦੇ ਨਾਲ ਜੋੜ ਦਿੰਦਾ ਹੈ, ਉਹ ਟਿਕ ਜਾਂਦਾ ਹੈ। ਅਸੀਂ ਸੁਣਿਆ ਸਾਖੀਆਂ ਦੇ ਵਿੱਚੋਂ ਬਾਬਾ ਕਬੀਰ ਸਾਹਿਬ ਦੇ ਗ੍ਰਹਿ ਵਿਖੇ ਇੱਕ ਵਾਰ ਕੋਈ ਦੁਖੀ ਵਿਅਕਤੀ ਆਇਆ, ਆਪਣੇ ਦੁੱਖਾਂ ਕਰਕੇ ਬੜਾ ਬੇਚੈਨ ਹੈ, ਬੜਾ ਪਰੇਸ਼ਾਨ ਹੈ, ਸਰੀਰ ਤਪਦਾ ਪਿਆ, ਸਰੀਰ ਦੇ ਪੀੜਾਵਾਂ ਨੇ, ਮਨ ਬੇਚੈਨ ਹੈ। ਕਿਸੇ ਦੱਸਿਆ ਕਿ ਬਾਬੇ ਕਬੀਰ ਕੋ ਜੋ ਸਾਧੂ ਸਤਪੁਰਖ ਨੇ, ਭਾਈ ਤੇਰੇ 'ਤੇ ਕਿਰਪਾ ਹੋ ਗਈ ਅਤੇ ਤੇਰੀਆਂ ਬੇਚੈਨੀਆਂ ਅਤੇ ਦੁੱਖ ਦੂਰ ਹੋਣਗੇ। ਪਰ ਇਤਫਾਕ ਉਦੋਂ ਬਾਬਾ ਕਬੀਰ ਸਾਹਿਬ ਗ੍ਰਹਿ ਵਿੱਚ ਨਹੀਂ, ਬਾਹਰ ਕਿਸੇ ਕਾਰ ਵਿਹਾਰ 'ਤੇ ਗਏ ਨੇ। ਕੁੰਡਾ ਖੜਕਾਇਓ ਅਤੇ ਮਾਤਾ ਲੋਈ ਨੇ ਦਰਵਾਜ਼ਾ ਖੋਲ੍ਹਿਆ। ਭਾਈ ਕੀ ਗੱਲ ਹੈ? ਇਹਨੇ ਪੁੱਛਿਆ ਜੀ ਮੈਂ ਭਗਤ ਜੀ ਨੂੰ ਮਿਲਣਾ, ਬਾਬਾ ਜੀ ਨੂੰ ਮਿਲਣਾ। ਮਾਤਾ ਲੋਈ ਕਹਿੰਦੇ ਵੀ ਉਹ 'ਤੇ ਕੰਮ 'ਤੇ ਬਾਹਰ ਗਏ ਨੇ ਭਾਈ, ਥੋੜ੍ਹੀ ਦੇਰ ਬਾਅਦ ਆਉਣਗੇ, ਹੋ ਸਕਦਾ ਆਉਂਦੇ ਆਉਂਦਿਆਂ ਸ਼ਾਮ ਸੰਧਿਆ ਹੋ ਜਾਏ, ਅਤੇ ਤੂੰ ਜਾਂ ਤਾਂ ਕੱਲ੍ਹ ਆ ਜਾਈਂ ਅਤੇ ਜਾਂ ਬੈਠ ਜਾ, ਇੰਤਜ਼ਾਰ ਕਰ ਲਾ। ਕਹਿੰਦਾ ਨਹੀਂ ਮਾਤਾ ਮੇਰੇ ਤੋਂ ਬੈਠਾ ਨਹੀਂ ਜਾਂਦਾ, ਬੜਾ ਬੇਚੈਨ ਹੈ, ਬੜਾ ਦੁਖੀ ਆ। ਮਾਤਾ ਦੇ ਚਰਨੀ ਪੈ ਕੇ ਰੋਣ ਲੱਗ ਪਿਆ, ਮਾਤਾ ਮੇਰੇ 'ਤੇ ਕੋਈ ਕਿਰਪਾ ਕਰਾ ਦੇ, ਮੈਂ ਤਾਂ ਬਹੁਤ ਦੁਖੀ ਹੈ। ਮਾਈ ਨੂੰ ਤਰਸ ਆ ਗਿਆ। ਮਾਤਾ ਕਹਿਣ ਲੱਗੀ ਬੇਟਾ ਬੈਠ ਜਾ,
जल पान दिता, जल छक, जल थोड़ा जिहा टिकिया, जिन्हों सिक्के ने मिलिया शांति मिली। माई दे चरण छुए, कुल बैठा, मन शांत हो गया। माई ने सिर ते हाथ रख के कहने लगी, बेटा कह राम राम राम। 3 बार राम कहलवाया, मन टिक गया, शांत हो के सुख माणिया, बैठा रहा, आनंद लिया। थोड़ी देर बाद माता ने भोजन प्रसाद पूछा, भी छक लिया। बड़ा खुश होकर घर चला गया, कहने लगा हुण ठीक है, तसल्ली चा। संध्या के वेले कबीर साहब आए, पूछया भी कोई आया गया सज्जन मित्र? कहने लगे हाँ, एक दुखियारा आया सी, तुहानूं मिलना चाहता सी, पर उन्होंने कहा भाई तुसां शाम नूं आना, पर वो इंतज़ार नहीं सी कर पा रहा, बड़ा बेचैन सीगा। कहने लगे फिर तुसां की कीता? फिर कहने लगे करना की सी, जल पान छकाया, जल छकिया, बैठा, तो मैं भी तुहाडे वांग जिवें तुसीं करदे हो ना उस तरह मैं कर दिता। कहने लगे की कीता? कहने लगे कोल बह गया, उहदे सिर ते हथ रखिया ते कहा बोल राम राम राम। मैं 3 बार राम कहलाया, वो टिक गया, शांत हो गया, दुख मिटिया, पीड़ा घटी, बेचैनियां घट गईयां, तसल्ली जी जाके राम राम करदा घर चला गया। मुड़ के तुहानूं आएगा मिलण। भगत कबीर साहब थोड़ा जिहा नाराज़गी प्रगट की। 3 बार क्यों कहलाया? माता लोई कहने लगे भी की गल ज़्यादा कहलवाना सी? कहने लगे नहीं नहीं, प्रेम के भाव चक ते 1 बार राम कहने बहुत है। बेशक आपां लोग लखां वार जपदे हाँ, पर पता क्यों जपदे हाँ? क्योंकि किते वो 1 बार राम कहा जाए। लखां वार आपां वाहिगुरू वाहिगुरू जपना है, जपदे हाँ, इस करके जपदे कि किते प्रेम भाव सुरत बिरती टिकी उच मुखों किते वाहिगुरू कहा जाए। बस वो 1 बार ही कहना है, तो पार उतारा है। पार उतारा तो 1 बार विच ही है, पर वो 1 बार कहने वास्ते लखां वार कहना पैना है कि पता नहीं वो वारी कदों आनी है, वो पल कदों आना है। तो मन पूरी तरह शांत होया, स्थिरता च आया, तो उदों चेतन भरपूर भर के कहता वाहिगुरू, तो पार हो जाना है। कहने लगे सतगुरु के मिलण की दूसरी गल है कि भगती मिलती है। सब तो पहला शांति मिलती है, दूसरी गल शांत मन जो कुछ भी करता जो भगती होंदी जी। भगती कोई माड़ा फेरना तो जाप ही नहीं की। शांत मन दे नाल घर परिवार के कर्म करने, क्योंकि उदों मन शांत होएगा तो सारे करतब अपने गुरु नूं समर्पित होणगे। बेचैन व्यक्ति तो पाठ भी करता तो गुरु नूं समर्पित नहीं कर पा रहा। असी बेचैन मना दे नाल जपजी दा पाठ भी करते हैं तो की करते, पढ़ छड्डदे हैं। तो शांत मन दे नाल कुछ भी करांगे समर्पित गुरु नूं हो जाएगा, क्योंकि मन टिक चुका है, मन शांत हो चुका, गुरु दे सनिग्ध है। तो हुण 1 बार वाहिगुरू कहेगा तो टिके जाए। असीं वेखे साखियां चों धन्ना भगत जी शांत मन नाल जो करदे नूं समर्पित भगती है। बेशक उन्हां दी उस क्रिया नूं ज्ञानी पकड़ पाए कि नहीं पकड़ पाए, मन पाए कि नहीं मन पाए, वो ज्ञानियां दे ज्ञान खंड का विषय होगा, पर भगती प्राप्त जरूर उन्होंने हो गई है। और इन्हें शिखर की भगती प्राप्त हुई है कि अज असीं मत्था टेकते धन्ना जी नूं। धन्ना जी की क्रिया नूं मत्था नहीं टेकते सी कि उन्होंने क्रियावां की कीतियां ने, उन्होंने किवें भोजन छकाया ते किवें अपना काम करवाया। असीं उन्हां क्रियावां का वर्णन तो नहीं करते ना, पर जो उन्होंने प्राप्ति हुई है उसका जिक्र जरूर करते हैं। असीं सुनते हैं इस विच सुन के जाट भगती लागा मिले प्रतख गुसाइयाँ, परमात्मा प्रतख हो जाता उन्हां लई, क्योंकि उन्होंने प्रेम मिल जाता है, उन्होंने भगती की दात मिल गई है। दूजी गल मिलती है भगती मिल जाती है। असीं भी भगती प्राप्त करनी, बेनती करा आप कहने सानूं जाप सिमरन करन की दात मिले। सिमरन भगती है। आप सारे मंगते कि महाराज किरपा होवे असीं सिमरन कर सकीए, महाराज सानूं बख्शिश मिले, असां दा सिमरन चल सके। आम गल्लां इहो जिहे बोल साडे ने, बोल वध घट होणगे, पर साडी बहु गिणती मंगदे कि महाराज किरपा होवे सिमरन चल जाए, महाराज सिमरन की दात मिल जाए। आखना सिमरन की दात है तो सिमरन ही तो भगती है, परमेश्वर का प्यार ही तो भगती है, परमेश्वर की याद ही तो भगती है। जे किसी जी नूं घर दे काम करदे रब चेते है तो सिमरन निरंतर है। जे उसनूं हल वाहुंदे आ धन्ने वांग रब चेते है तो सिमरन निरंतर है। जे भगत नामदेव जो हाथ पाँव कर काम सब चेत निरंजन नाल है,
ਤੇ ਸਿਮਰਨ ਹੈ, ਇਹੀ ਤੇ ਭਗਤੀ ਹੈ। ਗੁਰੂ ਦੇ ਮਿਲਾਪ ਤੇ ਦੂਜੀ ਦਾਤ ਤੇ ਮਿਲਦੀ ਹੈ, ਹਮ ਹਰ ਭਗਤੀ ਪਾਈ। ਕਹਿ ਲੱਗੀ ਸਾਨੂੰ ਭਗਤੀ ਦੀ ਦਾਤ ਮਿਲ ਗਈ ਹੈ, ਸਾਨੂੰ ਹੁਣ ਸਿਮਰਨ ਦੀ ਦਾਤ ਮਿਲ ਗਈ ਹੈ, ਹੁਣ ਯਾਦ ਮਿਲ ਗਈ ਹੈ ਕਿ ਭਗਤੀ ਦਾ ਜੋ ਪੂਰਨ ਰੂਪ ਹੈ ਆਪਣੇ ਪ੍ਰਭੂ ਪਰਮੇਸ਼ਰ ਦੀ ਪੂਰਨ ਯਾਦ ਹੈ। ਇਸੇ ਕਰਕੇ ਭਗਤਾਂ ਦਾ ਹਰ ਕਰਮ ਭਗਤੀ 'ਚ ਹੁੰਦਾ ਹੈ। ਉਹ ਗੰਢ ਤੁੱਪਦੇ ਨੇ ਚਮੜੇ ਨੂੰ, ਧੋਂਦੇ ਨੇ ਕੱਪੜੇ ਨੂੰ, ਸਿਉਂਦੇ ਨੇ ਕੱਪੜੇ ਨੂੰ, ਰੰਗਦੇ ਨੇ ਕੱਪੜੇ ਨੂੰ, ਕਦੇ ਚਮੜਾ ਰੰਗਦੇ ਰਿਹਾ ਨਾ। ਆਪਣੇ ਭਗਤਾਂ ਨੂੰ ਕਿਤੇ ਦੇਖਾਂਗੇ ਨਾ, ਇੱਕ ਭਗਤ ਚਮੜਾ ਰੰਗਦਾ ਪਿਆ, ਇੱਕ ਭਗਤ ਕੱਪੜੇ ਰੰਗਦਾ ਪਿਆ, ਇੱਕ ਭਗਤ ਕੱਪੜਾ ਉਣਦਾ ਪਿਆ, ਪਰ ਸਾਰੇ ਤੇ ਭਗਤ ਨੇ। ਭਗਤੀ ਅਲੱਗ-ਅਲੱਗ, ਕਿਰਿਆ ਸਭ ਦੀ ਅਲੱਗ-ਅਲੱਗ ਹੈ। ਕਿ ਭਗਤ ਕਬੀਰ ਸਾਹਿਬ ਜੀ ਕੱਪੜਾ ਉਣਦੇ ਪਏ ਨੇ, ਰਵਿਦਾਸ ਸਾਹਿਬ ਜੀ ਚਮੜਾ ਗੰਢਦੇ ਪਏ ਨੇ, ਨਾਮਦੇਵ ਜੀ ਕੱਪੜੇ ਰੰਗਦੇ ਪਏ ਨੇ, ਕੋਈ ਹਲ ਵਾਹੁੰਦਾ ਪਿਆ, ਕੋਈ ਪੋਥੀਆਂ ਪੜ੍ਹਦਾ ਪਿਆ। ਰਾਮਾਨੰਦ ਜੀ ਤੇ ਪਰਮਾਨੰਦ ਜੀ ਪੜ੍ਹਨ ਵਾਲੇ ਨੇ, ਪੜ੍ਹਦੇ ਨੇ ਭਾਈ, ਕੋਈ ਸ਼ਾਸਤਰ ਪੜ੍ਹਦੇ ਨੇ। ਰਾਮਾਨੰਦ ਤੇ ਪਰਮਾਨੰਦ ਗਿਆਨੀ ਨੇ, ਇਹ ਸ਼ਾਸਤਰ ਪੜ੍ਹਦੇ ਨੇ, ਪੋਥੀਆਂ ਪੜ੍ਹਦੇ ਨੇ, ਵੇਦ ਪੜ੍ਹਦੇ ਨੇ, ਪਰ ਇਹਨਾਂ ਦੀ ਭਗਤੀ ਕਿਰਿਆ ਭਗਤੀ ਬਣ ਜਾਂਦੀ ਹੈ। ਅਸੀਂ ਇਹਨਾਂ ਦੇ ਬਾਰੇ ਕਦੇ ਸੋਚਿਆ ਕਿਤੇ ਵੀ ਭਾਈ ਰਾਮਾਨੰਦ ਜੀ ਤੇ ਪਰਮਾਨੰਦ ਜੀ ਨੇ ਕਿੰਨੇ ਸ਼ਾਸਤਰ ਪੜ੍ਹੇ, ਕਿੰਨੇ ਸ਼ਾਸਤਰਾਂ ਦੇ ਪਾਠ ਕੀਤੇ? ਨਹੀਂ, ਅਸੀਂ ਸ਼ਾਸਤਰਾਂ ਦੀ ਤਾਂ ਗੱਲ ਹੀ ਨਹੀਂ ਕਰਦੇ, ਕਿਉਂਕਿ ਉਹਨਾਂ ਦੀ ਕਿਰਿਆ ਹੈ, ਉਹ ਕਰਤੱਵ ਹੈ, ਉਹਨਾਂ ਦਾ ਕਰਮ ਹੈ, ਉਹ ਆਪਣੀ ਕਿਰਤਾਂ ਕਰਦੇ ਨੇ, ਪਰ ਐਕਟੀਮੇਟ ਉਹਨਾਂ ਨੂੰ ਭਗਤੀ ਪ੍ਰਾਪਤ ਹੋ ਜਾਂਦੀ ਹੈ। ਸ਼ਾਸਤਰ ਅਸੀਂ ਵੀ ਪੜ੍ਹਦੇ ਹਾਂ, ਸੁਖਮਨੀ ਸਾਹਿਬ ਅਸੀਂ ਵੀ ਪੜ੍ਹਦੇ ਹਾਂ, ਜਾਪ ਅਸੀਂ ਵੀ ਪੜ੍ਹਦੇ ਹਾਂ, ਪੋਥੀਆਂ ਅਸੀਂ ਵੀ ਪੜ੍ਹਦੇ ਹਾਂ, ਪਰ ਸਾਡੇ 'ਚੋਂ ਭਗਤੀ ਦਾਤ ਕਿਸ ਨੂੰ ਮਿਲੇਗੀ? ਇਹ ਕੀ ਗੱਲ ਬਾਕੀ ਰਹੇਗੀ, ਕਿਹਨੂੰ ਮਿਲੇਗੀ ਪਤਾ ਨਹੀਂ ਭਾਈ। ਪਰ ਅਸੀਂ ਮੰਨਦੇ ਹਾਂ, ਮੰਗਦੇ ਹਾਂ ਕਿ ਮਹਾਰਾਜ ਸਾਨੂੰ ਕਿਤੇ ਮਿਲੇ। ਮਹਾਰਾਜ ਜੁਗਤਾਂ ਦਾਤ ਨੇ ਭਾਈ ਦੂਸਰੀ ਬਖਸ਼ਿਸ਼ ਭਗਤੀ ਦਾਤ ਮਿਲਦੀ। ਫਿਰ ਤੁਸੀਂ ਜੋ ਕੁਛ ਵੀ ਕਰਦੇ ਹੋ ਉਹ ਪ੍ਰੇਮ ਹੈ, ਉਹ ਭਗਤੀ ਹੈ। ਫਿਰ ਜੋ ਕੁਛ ਵੀ ਕਰਾਂਗੇ ਪ੍ਰੇਮ ਨਾਲ ਕਰਾਂਗੇ। ਭਾਵੇਂ ਕੋਈ ਪਾਠੀ ਪਾਠ ਕਰਦਾ ਹੈ, ਅਤੇ ਭਾਵੇਂ ਕੋਈ ਮੇਰੇ ਵਾਂਗ ਕਥਾ ਕਰਦਾ ਹੈ, ਅਤੇ ਭਾਵੇਂ ਕੋਈ ਤੁਹਾਡੇ ਵਾਂਗ ਸੁਣਦਾ ਹੈ। ਜੇ ਸਾਨੂੰ ਅਗਲੀ ਗੱਲ ਹੈ ਅਤੇ ਪ੍ਰੇਮ ਨਾਲ ਕਰਾਂਗੇ, ਪ੍ਰੇਮ ਨਾਲ ਬੋਲਾਂਗੇ, ਪ੍ਰੇਮ ਨਾਲ ਸੁਣਾਂਗੇ, ਅਤੇ ਸਭ ਕਿਰਿਆ ਭਗਤੀ ਹੋ ਜਾਏਗੀ। ਜਿਤ ਮਿਲੀ ਹੈ ਹਮ ਹਰ ਭਗਤੀ ਪਾਈ। ਕਹਿ ਲੱਗੀ ਹੋ ਤੀਜੀ ਗੱਲ, ਧੰਨ ਧੰਨ ਹਰ ਭਗਤ ਸਤਿਗੁਰੂ ਹਮਾਰਾ। ਕਿਉਂਕਿ ਸਤਿਗੁਰੂ ਤੇ ਖੁਦ ਪਰਮੇਸ਼ਰ ਦਾ ਭਗਤ ਹੈ ਨਾ। ਸਤਿਗੁਰੂ ਤੇ ਜੋ ਸਰੀਰ ਕਰਕੇ ਜਦੋਂ ਵਰਤੇ ਨੇ, ਅਸੀਂ ਕਿ ਨਾਨਕ ਜੀ ਆਪ ਭਗਤ ਬਣ ਕੇ ਵਰਤੇ ਨਾ, ਭਗਤੀ ਕੀਤੀ ਉਹਨਾਂ ਨੇ। ਕਹਿ ਲੱਗੇ ਸਾਨੂੰ ਕੀ ਮਿਲਿਆ? ਹੁਣ ਜਿਸ ਦੀ ਸੇਵਾ ਕਰਨੀ, ਕਿਉਂਕਿ ਜੋ ਸੇਵਾ ਕਰਾਂਗੇ ਤਾਂ ਸਾਨੂੰ ਕੋਈ ਮਨੁੱਖ ਚਾਹੀਦਾ ਹੈ ਨਾ। ਯਾਦ ਰੱਖਣਾ, ਸੇਵਾ ਕਰਨ ਵਾਸਤੇ ਤੇ ਕੋਈ ਦੂਸਰਾ ਚਾਹੀਦਾ ਹੈ ਨਾ। ਭਾਵੇਂ ਕੋਈ ਵਿਅਕਤੀ ਹੋਏਗਾ, ਕਿਸੇ ਰੂਪ ਸੇਵਾ ਕਰੋਗੇ ਨਾ ਉਹਦੀ। ਅਤੇ ਜੇ ਸੇਵਾ ਕਰ ਰਹੇ ਹੋ, ਕਿਤੇ ਇੱਥੇ ਪਹੁੰਚ ਸਕੀਏ, ਤੁਸੀਂ ਉਸ ਨੂੰ ਗੁਰੂ ਕਾ ਸਰੂਪ ਮੰਨ ਕੇ ਸੇਵਾ ਕਰ ਲਓ। ਕਿ ਸਤਿਗੁਰੂ ਨੇ ਮੌਕਾ ਦਿੱਤਾ ਹੈ ਸੇਵਾ ਕਰਨ ਦਾ, ਕਰਾ ਲਓ ਭਾਈ। ਭਾਈ ਸਤਿਗੁਰੂ ਆਪਣੀ ਸੇਵਾ ਇਸ ਰੂਪ 'ਚ ਕਰਵਾ ਰਹੇ ਨੇ, ਤੇ ਕਰ ਲਓ ਭਾਈ। ਹੁਣ ਇਹ ਸਾਡੀਆਂ ਮਾਨਸਿਕ ਅਵਸਥਾਵਾਂ ਹੁੰਦੀਆਂ ਨੇ। ਭਗਤੀ ਦਾ ਸਰੂਪ ਹੀ ਇਹ ਹੈ। ਹੁਣ ਸਾਹਮਣੇ ਹਾਲਾਤ ਕੀ ਨੇ, ਪਰਿਸਥਿਤੀਆਂ ਕੀ ਨੇ, ਅਸੀਂ ਤੇ ਪਰਿਸਥਿਤੀਆਂ ਤੇ ਹਾਲਾਤਾਂ ਦੀ ਵਿਆਖਿਆ ਕਰਦੇ ਹਾਂ, ਪਰ ਭਗਤ ਹਾਲਾਤਾਂ ਦੀ ਵਿਆਖਿਆ ਨਹੀਂ ਕਰਦੇ। ਜਿਨ੍ਹਾਂ ਨੂੰ ਭਗਤੀ ਦੀ ਦਾਤ ਮਿਲ ਜਾਂਦੀ ਆ, ਉਹ ਕਹਿੰਦੇ ਨੇ ਅਸੀਂ ਤਾਂ ਭਾਈ ਸੇਵਾ ਕਰਦੇ ਹਾਂ। ਬੜਾ ਪਿਆਰਾ ਜਿਹਾ ਬਚਨ ਅਸੀਂ ਪੜ੍ਹਦੇ ਹਾਂ, ਕਥਾ ਕਹਾਣੀ 'ਚ ਵਡੇਰਿਆਂ ਤੋਂ ਸੁਣਿਆ ਨਾ, ਕਿ ਨਾਮਦੇਵ ਨੇ ਕਿਹਾ ਸੀ ਮੈਨੂੰ ਘੋੜੀ ਚਾਹੀਦੀ ਹੈ, ਅਤੇ ਘੋੜੀ ਮਿਲ ਤੇ ਗਈ ਹੈ, ਲੇਕਿਨ ਮੋਢਿਆਂ 'ਤੇ ਚੁੱਕਣ ਵਾਸਤੇ ਮਿਲ ਗਈ ਹੈ। ਤਲੇ ਕੋ ਮੰਗੀ ਉੱਪਰ ਕੋ ਦਈ, ਅਸੀਂ ਕਹਾਵਤਾਂ ਸੁਣਦੇ ਹਾਂ, ਪਰ ਕੀ ਭਗਤ ਨਾਮਦੇਵ ਛੇਥੇ ਪੈ ਕੇ ਗਾਲਾਂ ਕੱਢਦੇ ਨੇ। ਕਹਿਣ ਲੱਗੇ ਨਹੀਂ, ਤੂੰ ਇਸੇ ਰੂਪ 'ਚ ਭਗਤੀ ਕਰਾਉਣਾ ਹੈ, ਤੂੰ ਇਸੇ ਰੂਪ 'ਚ ਸੇਵਾ ਕਰਾਉਣਾ। ਠੀਕ ਹੈ ਭਾਈ, ਖੂਬ ਤੇਰੀ ਪਗੜੀ, ਮਿੱਠੇ ਤੇਰੇ ਬੋਲ, ਤੇਰੇ ਬੋਲ ਵੀ ਚੰਗੇ ਨੇ, ਤੇਰੀ ਪਗੜੀ ਵੀ ਚੰਗੀ, ਤੇਰਾ ਭਾਰ ਚੁੱਕਣਾ ਵੀ ਚੰਗਾ ਹੈ, ਕਿਉਂਕਿ ਉਹਨੂੰ ਹੀ ਉਹ ਪ੍ਰਮਾਤਮਾ ਮੰਨ ਬੈਠੇ ਨੇ। ਭਗਤ ਹੀ ਜਦੋਂ ਭਗਤੀ ਦੇ ਮੁਕਾਮ 'ਤੇ ਪ੍ਰਾਪਤ ਹੁੰਦਾ ਹੈ, ਸਾਡੇ 'ਚੋਂ ਜਦੋਂ ਕੋਈ ਜੀ ਇਸ ਉੱਚੀ ਅਵਸਥਾ 'ਤੇ ਪ੍ਰਾਪਤ ਹੁੰਦਾ ਹੈ, ਤਾਂ ਸਾਹਮਣੇ ਜਿਹੜਾ ਵੀ ਮਨੁੱਖ ਸਰੂਪ ਹੁੰਦਾ ਹੈ, ਉਸ ਨੂੰ ਗੋਬਿੰਦ ਦਾ ਰੂਪ ਹੀ ਮੰਨਦਾ ਹੈ। ਅਸੀਂ ਦੇਖਿਆ ਆਪਣੇ ਘਰ ਵਿੱਚ ਭਾਈ ਕਨ੍ਹਈਆ ਸਾਹਿਬ ਜੀ ਗੁਰੂ ਕੀ ਸੇਵਾ ਕਰਦੇ ਨੇ। ਹੌਲੀ 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 ਮਿਹਨਤ ਮੁਸ਼ੱਕਤ ਕਰਦਿਆਂ ਕਰਦਿਆਂ ਸੁਰਤ ਬਿਰਤੀ ਇਤਨੀ ਉੱਚੀ ਉੱਠ ਜਾਂਦੀ ਹੈ ਕਿ ਜਿੱਧਰ ਦੇਖਦੇ ਨੇ ਸਿਵਾਏ ਗੁਰੂ ਗੋਬਿੰਦ ਤੋਂ ਬਿਨਾਂ ਹੋਰ ਕੋਈ ਨਜ਼ਰ ਹੀ ਨਹੀਂ ਆਉਂਦਾ। ਫਿਰ ਜਿੱਥੋਂ ਆਵਾਜ਼ ਆਉਂਦੀ ਪਾਣੀ, ਅਤੇ ਪਾਣੀ ਪਿਲਾਉਂਦੇ ਨੇ, ਅਤੇ ਜਦੋਂ ਸ਼ਿਕਾਇਤ ਮਿਲਦੀ ਵਾਰਤਾਲਾਪ ਸੰਵਾਦ ਹੁੰਦਾ ਹੈ, ਅਤੇ ਪੁੱਛਦੇ ਨੇ ਭਾਈ ਕਨ੍ਹਈਆ ਤੁਸੀਂ ਕਿਸ ਦੁਸ਼ਮਣ ਨੂੰ ਪਾਣੀ ਪਿਲਾਇਆ ਜੇ? ਅਤੇ ਕਨ੍ਹਈਆ ਜੀ ਦਾ ਜਵਾਬ ਸਾਡੇ ਤੁਹਾਡੇ ਵਰਗਾ ਤੇ ਨਹੀਂ ਨਾ। ਕਹਿਣ ਲੱਗੇ ਨਹੀਂ ਮਹਾਰਾਜ,
मैं तो किसी ਨੂੰ पानी पिलाਉਂਦਾ ही नहीं। किस ਨੂੰ पानी पिलाਉਂਦੇ हो? महाराज मैं तो केवल आप ਨੂੰ जल छकाਉਣਾ, सिर्फ ਤੁਹਾਨੂੰ पानी पिलाਉਣਾ। अच्छा, सिर्फ मैनू पानी पिलाਉਣਾ? कहने लगे जी हाँ, मैनू तो ਤੁਹਾਡੇ ਤੋਂ सिवा को नज़र ही नहीं आਉਂਦਾ। ਸਾਨੂੰ नज़र आਉਂਦਾ ਕੋਈ सिपाही दुश्मनों का है, वो जख्मी होया पिया है, कन्हैया ਉਹਨੂੰ पानी पिला रहा है, पर कन्हैया ਨੂੰ ਉਹਦੇ ਵਿੱਚੋਂ ਨਾ सिपाही नज़र आਉਂਦਾ है, ना दुश्मन नज़र आਉਂਦਾ है, ना ਉਹਦੀ वर्दी नज़र आਉਂਦੀ है, ना ਉਹਦੀ तलवार नज़र आਉਂਦੀ है, केवल गुरु गोबिंद साहब का स्वरूप नज़र आਉਂਦਾ है। कहने लगा जी मैं तो ਤੁਹਾਨੂੰ पानी पिलाਉਣਾ। महाराज फिर खुश होंगे ने, कहने लगे अच्छा जे पानी पिलाਉਣਾ है तो फिर सट लगी छड्ड आउणा है? कहने लगे महाराज होर कुछ है ही नहीं, सिर्फ एक मशक है, वो पानी है, होर तो कुछ है ही नहीं। कहने लगे फिर मलम लै जाया कर, जिथे जख्म ते मलम भी लगा दिया कर। हुण महाराज तो कह सकते सी भाई नहीं तो वेख के परख के करया कर, सिख है कि मुसलमान है कौन है, नहीं, क्योंकि उन्होंने पता है कि इत्थे पहुँच चुका है जिहदी दृष्टि विचों जिहदी चिंतन विचों ये सब चीज़ां मिट गईयां ने। जो इस गुरबाणी के इस भाव ते पहुँच गया, बिसर गई सबतात पर आई, ना को बैरी नहीं बिगाना सकल संग हमको बनियाई। पुछे गलतां ये गल्लां कदों हुईयां? कहण लगे जब ते साध संगत मोह पाई। भई जदों तो साध संगत प्राप्त हुई है, ये तीजी चीज़ प्राप्त हुई। याद रखना, गुरु की संगत विचों उच्चे उठदियां उठदियां ये तीजी छह, ये तीजी अवस्था प्राप्त होएगी जिथे वितकरा मिट जाएगा, मैं ते तेरी मिट जाएगी, केवल सब गोबिंद है, सब गोबिंद है रह जाएगा। उत्थे फिर सामने जो भी होएगा उसकी सेवा गुरु की सेवा हो जाएगी। उत्थे पानी पिलाएगा, भोजन छकाएगा, लेकिन किनू? केवल गुरु नू। भोजन कोई होर छक रहा, पानी कोई होर सानू देगा, पर अपने गुरु नू पानी पिला। कहने लगे यही भगत है जिसकी सेवा ते हम हर नाम लिव लाई। फिर उसकी सेवा दे विचों ही नाम की लिव लगी रही है, वो लिव नाम च लगी है, सेवा करी जाता है। फिर कहने लगे अच्छा ये तो अगे की मिलता है? कहने लगे धन धन हर ज्ञानी सतगुरु हमारा, जिन वैरी मित्र हमको सब समदृष्ट दिखाई। ये तो गुरु का ज्ञान है जिन्हें वैरी ते मित्र का भेत मिटाता। याद रखना, दुनिया का ज्ञान वैरी ते मित्र का भेत पा के देंदा है, ते गुरु का ज्ञान वैरी ते मित्र का भेत मिटा के देंदा है। वो एकता करता है, साडा ज्ञान द्वैत पैदा करता है, दुश्मन है, मित्र है, विरोधी, तेरा कंपीटीटर है, असी साडा ज्ञान इस तरह का है, पर गुरु का ज्ञान ये भेत मिटा देंदा है। इस करके धन धन सतगुरु मित्र हमारा, जिन हर नाम स्यों हमारी प्रीत बनाई। भी साडा सतगुरु धन है जिन नाम दे नाल प्रीत बनवाती। गुरुदेव कृपा करन असीं इत्थे बैठदे हां, सानूं ये दातां प्राप्त होवण, सानूं भगती दी दात मिले, समदृष्टि प्राप्त होवे ते नाम स्यों नाम ना प्रीत बन जाए। असीं भी कई असां तुहाडे नाल प्रीत पा लईए ते दुनिया ने तोड़ देती है। साची प्रीत हम तुम संजोरी, तुम संजोर और संग तोरी। पुल चुक दी खिमा आसीस ते प्यार दे फतेह बुलावना। वाहिगुरू जी का खालसा, वाहिगुरू जी की फतेह।